रेडियो वॉइस ऑफ खालसा सुन रहे सारे ਸਰੋਤਿਆਂ ਦਾ ਪ੍ਰੋਗਰਾਮ ਕਿਤਾਬ ਸੰਸਾਰ ਦੇ ਵਿੱਚ ਸਵਾਗਤ ਹੈ ਜੀ। ਦਾਸ ਜਰਨੈਲ ਸਿੰਘ ਚੱਕਰ ਦੀ ਫਤਿਹ ਆਪ ਸਾਰੇ ਸਰੋਤਿਆਂ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਅਸੀਂ ਪਿਛਲੇ ਦਿਨਾਂ ਤੋਂ ਇੱਕ ਕਿਤਾਬ ਜਿਹਦਾ ਨਾਮ ਹੈ ਸਿੱਖ ਰਾਜ ਕਿਵੇਂ ਬਣਿਆ, ਗਿਆਨੀ ਸੋਹਣ ਸਿੰਘ ਸੀਤਲ ਜੀ ਵੱਲੋਂ ਲਿਖੀ ਹੋਈ, ਇਸ ਕਿਤਾਬ ਨੂੰ ਅਸੀਂ ਪੜ੍ਹ ਰਹੇ ਹਾਂ। ਜਿਵੇਂ ਲੇਖਕ ਨੇ ਜਿਹੜੀ ਸ਼ਬਦਾਵਲੀ 'ਚ ਲਿਖੀ ਹੈ ਉਸੇ ਸ਼ਬਦਾਵਲੀ ਦੇ ਵਿੱਚ ਅਸੀਂ ਤੁਹਾਡੇ ਤੱਕ ਇਸ ਨੂੰ ਪਹੁੰਚਾਉਣ ਦਾ ਯਤਨ ਕਰ ਰਹੇ ਹਾਂ। ਸੋ ਇਸ ਕਿਤਾਬ ਦੇ ਅਸੀਂ 202 ਪੰਨੇ ਪੜ੍ਹ ਚੁੱਕੇ ਹਾਂ। ਅੱਜ 203 ਨੰਬਰ ਪੰਨੇ ਤੋਂ ਇਸ ਕਿਤਾਬ ਨੂੰ ਅਸੀਂ ਸ਼ੁਰੂ ਕਰਾਂਗੇ। ਤੇ ਇੱਕ ਮੈਂ ਬੇਨਤੀ ਇੱਥੇ ਸਰੋਤਿਆਂ ਨੂੰ ਪਹਿਲਾਂ ਹੀ ਕਰਦਾ ਜਾਵਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਕਾਲ ਨਾ ਕੀਤੀ ਜਾਵੇ, ਕਿਉਂਕਿ ਅਸੀਂ ਜਿਹੜੀ ਕਿਤਾਬ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਲੇਖਕ ਨੇ ਲਿਖੀ ਹੈ ਉਸੇ ਤਰ੍ਹਾਂ ਪੜ੍ਹਨ ਦਾ ਯਤਨ ਜਿਹੜਾ ਉਹ ਕਰਾਂਗੇ। ਆਓ ਸ਼ੁਰੂ ਕਰਦੇ ਹਾਂ 203 ਨੰਬਰ ਪੰਨੇ ਤੋਂ ਗਿਆਨੀ ਸੋਹਣ ਸਿੰਘ ਸੀਤਲ ਜੀ ਦੀ ਕਲਮ ਤੋਂ। ਤਿੰਨਾਂ ਦਿਨਾਂ ਵਿੱਚ ਅਬਦਾਲੀ ਦੁਆਬਿਓਂ ਪਾਰ ਹੋਇਆ ਤੇ ਮਾਛੀਵਾੜੇ ਦੇ ਪੱਤਣੋਂ ਸਤਲੁਜ ਟੱਪਿਆ। ਜਦ ਉਹ ਦਰਿਆਓਂ ਪਾਰ ਹੋ ਰਿਹਾ ਸੀ, ਸਿੰਘ ਫੇਰ ਆ ਪਏ। ਅਬਦਾਲੀ ਨੇ ਫੌਜ ਨੂੰ ਸਖਤ ਹੁਕਮ ਦਿੱਤਾ ਕਿ ਕੋਈ ਅੱਗੇ ਵੱਧ ਕੇ ਸਿੱਖਾਂ ਉੱਤੇ ਵਾਰ ਨਾ ਕਰੇ, ਸਗੋਂ ਆਪਣੀ ਥਾਂ ਉੱਤੇ ਖੜੋ ਕੇ ਵਾਰ ਰੋਕੋ ਤੇ ਜਾਨ ਬਚਾਓ। ਦਰਿਆਓਂ ਪਾਰਲੇ ਪਾਸੇ ਰਾਤ ਕੱਟ ਕੇ ਦੁਰਾਨੀ ਪਿੰਜੌਰ ਆ ਬੈਠੇ ਤੇ ਕੁਝ ਦਿਨ ਰਹਿ ਕੇ ਫਰਵਰੀ ਦੇ ਅਖੀਰ ਵਿੱਚ ਕੁੰਜਪੁਰੇ ਆ ਡੇਰੇ ਲਾਏ। ਇੱਥੇ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਉਡੀਕ ਕੇ ਨਜੀਬੂਦੌਲਾ ਜਵਾਹਰ ਮੱਲ ਨਾਲ ਸੁਲ੍ਹਾ ਕਰ ਚੁੱਕਾ ਹੈ। ਸੋ ਅਬਦਾਲੀ ਅੱਗੇ ਜਾਣ ਦੀ ਥਾਂ ਵਾਪਸ ਸਰਹੰਦ ਆ ਬੈਠਾ। ਅਬਦਾਲੀ ਨੇ ਮਲੇਰ ਕੋਟਲੀਏ ਬੁਲਾਏ ਕਿ ਸਰਹੰਦ ਦੀ ਸੂਬੇਦਾਰੀ ਸੰਭਾਲੋ, ਪਰ ਸਿੱਖਾਂ ਤੋਂ ਡਰਦਾ ਸਰਹੰਦ ਦਾ ਹਾਕਮ ਕੋਈ ਨਾ ਬਣੇ। ਫਿਰ ਉਸ ਨੇ ਸਰਦਾਰ ਆਲਾ ਸਿੰਘ ਪਟਿਆਲਾ ਨੂੰ ਬੁਲਾ ਕੇ ਸਰਹੰਦ ਦੀ ਸੂਬੇਦਾਰੀ ਦਿੱਤੀ। 3.5 ਲੱਖ ਸਾਲ ਦਾ ਖਰਾਜ ਪੱਕਾ ਹੋਇਆ ਤੇ ਪਹਿਲੇ ਸਾਲ ਦਾ ਖਰਾਜ ਮਾਫ ਕੀਤਾ ਗਿਆ। ਨਾਲ ਹੀ ਉਸ ਨੂੰ ਮਹਾਰਾਜੇ ਦਾ ਖਿਤਾਬ ਅਤੇ ਨਗਾਰਾ ਦਿੱਤਾ। ਅਬਦਾਲੀ ਨੇ ਠੀਕਰੀ ਵਾਲੇ ਬੁੱਢਾ ਦਲ ਕੋਲ ਵੀ ਆਪਣਾ ਰਾਜਦੂਤ ਭੇਜਿਆ ਕਿ ਈਨ ਮੰਨ ਲਵੋ ਤੇ ਮੁਲਕ ਸੰਭਾਲ ਲਵੋ, ਪਰ ਸਿੰਘ ਇਹ ਸ਼ਰਤ ਮੰਨਣ ਵਾਸਤੇ ਤਿਆਰ ਨਾ ਹੋਏ। ਸਰਹੰਦ ਆਲਾ ਸਿੰਘ ਦੇ ਮੱਥੇ ਮੜ ਕੇ ਅਬਦਾਲੀ ਕਾਬਲ ਨੂੰ ਤਿਆਰ ਹੋ ਪਿਆ। ਇਸ ਹਮਲੇ ਵਿੱਚ ਉਹਨੇ ਕਿਤੇ ਵੀ ਅੱਗੇ ਵੱਧ ਕੇ ਸਿੱਖਾਂ ਉੱਤੇ ਹਮਲਾ ਨਹੀਂ ਕੀਤਾ, ਸਗੋਂ ਜਾਨ ਬਚਾਉਂਦਾ ਰਿਹਾ ਤੇ ਸਿੱਖਾਂ ਦੇ ਵਾਰ ਰੋਕਦਾ ਰਿਹਾ। ਉਹ ਸਮਝ ਗਿਆ ਸੀ ਕਿ ਸਿੱਖਾਂ ਦੇ ਟਾਕਰੇ ਦੀ ਉਸ ਵਿੱਚ ਸ਼ਕਤੀ ਨਹੀਂ ਰਹੀ। ਉਹ ਰੋਪੜ ਕੋਲੋਂ ਦਰਿਆ ਸਤਲੁਜ ਟੱਪਿਆ। ਅੱਗੇ ਬੁੱਢਾ ਦਲ ਤੇ ਤਰਨਾ ਦਲ ਰਲ ਕੇ ਉਸ ਦਾ ਰਾਹ ਰੋਕੀ ਖੜੇ ਸਨ। ਦੁਰਾਨੀ ਅਜੇ ਮੀਲ ਵੀ ਅੱਗੇ ਨਹੀਂ ਸਨ ਵਧੇ ਜਾਂ ਸਿੱਖਾਂ ਨੇ ਸਾਹਮਣੇ ਪਾਸਿਓਂ ਉਹਨਾਂ ਤੇ ਹਮਲਾ ਕਰ ਦਿੱਤਾ। ਦੁਰਾਨੀ ਫੌਜ ਦੇ ਜਰਨੈਲ ਸ਼ਾਹ ਵਲੀ ਖਾਂ, ਜਹਾਨ ਖਾਂ, ਸ਼ਾਹ ਪਸੰਦ ਖਾਂ ਤੇ ਨਾਸਰ ਖਾਂ ਸਨ। ਖਾਲਸਾ ਫੌਜ ਦੇ ਪ੍ਰਸਿੱਧ ਸਰਦਾਰ ਜੱਸਾ ਸਿੰਘ ਆਲੂ, ਜੱਸਾ ਸਿੰਘ ਰਾਮਗੜੀਆ, ਚੜਤ ਸਿੰਘ ਸ਼ੁਕਰ ਚੱਕੀਆ, ਝੰਡਾ ਸਿੰਘ, ਲਹਿਣਾ ਸਿੰਘ, ਜੈ ਸਿੰਘ, ਹਰੀ ਸਿੰਘ ਭੰਗੀ, ਗੁਲਾਬ ਸਿੰਘ ਤੇ ਗੁੱਜਰ ਸਿੰਘ ਸਨ। ਅਬਦਾਲੀ ਨੇ ਆਪਣੀ ਫੌਜ ਨੂੰ ਹੁਕਮ ਦਿੱਤਾ ਕਿ ਕੋਈ ਸਿਪਾਹੀ ਆਪਣੇ ਥਾਂ ਤੋਂ ਨਾ ਹਿੱਲੇ। ਸਿੱਖਾਂ ਨੇ ਅਬਦਾਲੀ ਦੇ ਸੱਜੇ ਪਾਸੇ ਉੱਤੇ ਬੜਾ ਜ਼ੋਰ ਪਾਇਆ। ਅਬਦਾਲੀ ਨੇ ਨਾਸਰ ਖਾਂ ਨੂੰ ਉਸ ਪਾਸੇ ਭੇਜਿਆ। ਸਰਦਾਰ ਚੜਤ ਸਿੰਘ ਨੇ ਉਸ ਨੂੰ ਵਗਾਰਿਆ। ਨਾਸਰ ਖਾਂ ਅੱਗੇ ਵਧਿਆ ਤਾਂ ਸਰਦਾਰ ਚੜਤ ਸਿੰਘ ਦਾ ਜਥਾ ਮੈਦਾਨ ਛੱਡ ਕੇ ਭੱਜ ਉੱਠਿਆ। ਨਾਸਰ ਖਾਂ ਇਸ ਚਾਲ ਦਾ ਜਾਣੂ ਨਹੀਂ ਸੀ। ਉਹ ਆਪਣੀ ਫੌਜ ਲੈ ਕੇ ਸਿੱਖਾਂ ਦੇ ਮਗਰ ਵਧਿਆ। ਉਹ ਅਬਦਾਲੀ ਦੀ ਫੌਜ ਤੋਂ ਜਰਾ ਦੂਰ ਹੋਇਆ ਤਾਂ ਸਰਦਾਰ ਚੜਤ ਸਿੰਘ ਨੇ ਭੌਂ ਕੇ ਉਸ ਉੱਤੇ ਹਮਲਾ ਕਰ ਦਿੱਤਾ। ਨਾਸਰ ਖਾਂ ਸਿੰਘਾਂ ਦੇ ਕਾਬੂ ਆ ਗਿਆ। ਉਸ ਦੀ ਕਿਸਮਤ ਚੰਗੀ ਸੀ ਕਿ ਉਹ ਜਾਨ ਬਚਾ ਕੇ ਅਬਦਾਲੀ ਦੀ ਫੌਜ ਨਾਲ ਆ ਮਿਲਿਆ, ਪਰ ਉਹਦੀ ਫੌਜ ਦਾ ਬਹੁਤਾ ਹਿੱਸਾ ਸਿੰਘਾਂ ਦੀ ਤਲਵਾਰ ਦੀ ਭੇਟਾ ਹੋ ਗਿਆ। ਇਧਰੋਂ ਦੁਰਾਨੀ ਅਜੇ ਸੰਭਲੇ ਹੀ ਸਨ ਜਾਂ ਸਿੰਘਾਂ ਦੀ ਦੂਜੀ ਮਿਸਲ ਨੇ ਦੂਜੇ ਪਾਸਿਓਂ ਹਮਲਾ ਕਰ ਦਿੱਤਾ।
ਰਾਤ ਪਈ, ਹਨੇਰਾ ਹੋ ਗਿਆ ਤਾਂ ਲੜਾਈ ਬੰਦ ਹੋਈ। ਅਗਲੇ ਦਿਨ ਅਬਦਾਲੀ 3 ਮੀਲ ਹੀ ਗਿਆ ਸੀ ਜਾਂ ਸਿੰਘਾਂ ਨੇ 3 ਪਾਸਿਆਂ ਤੋਂ ਹਮਲਾ ਕੀਤਾ। ਅੱਗੇ ਸਿੰਘ ਅਬਦਾਲੀ ਦੀ ਫੌਜ ਦੇ ਪਿਛਲੇ ਹਿੱਸੇ ਉੱਤੇ ਹਮਲਾ ਕਰਦੇ ਹੁੰਦੇ ਸਨ ਤੇ ਟਾਕਰਾ ਕਰਨ ਦੀ ਥਾਂ ਲੁੱਟ ਮਾਰ ਕਰਕੇ ਭੱਜ ਜਾਂਦੇ ਸਨ। ਪਰ ਇਸ ਵਾਰ ਉਹ ਦੁਰਾਨੀਆਂ ਦਾ ਅੱਗੋਂ ਰਾਹ ਰੋਕ ਕੇ ਖਲੋਂਦੇ ਸਨ ਤੇ ਵੰਗਾਰ ਕੇ ਆਪ ਹਮਲਾ ਕਰਦੇ ਸਨ। ਉਹ ਸਾਹਮਣੇ ਪਾਸਿਓਂ ਤੇ ਸੱਜੇ ਖੱਬੇ ਤੋਂ ਹਮਲਾ ਕਰਦੇ ਤੇ ਅਬਦਾਲੀ ਅੱਗੇ ਤੁਰ ਨਾ ਸਕੇ। ਇੱਕ ਮਿਸਲ ਦੂਰੋਂ ਘੋੜੇ ਭਜਾ ਕੇ ਆਉਂਦੀ ਤੇ ਆਪਣੀਆਂ ਭਰੀਆਂ ਹੋਈਆਂ ਬੰਦੂਕਾਂ ਖਾਲੀ ਕਰਕੇ ਪਿੱਛੇ ਹਟ ਜਾਂਦੀ। ਉਹਦੀ ਥਾਂ ਦੂਜੀ ਮਿਸਲ ਦੇ ਸਿਪਾਹੀ ਆ ਜਾਂਦੇ ਤੇ ਗੋਲੀਆਂ ਚਲਾ ਕੇ ਪਿੱਛੇ ਹਟ ਜਾਂਦੇ। ਉਹਨਾਂ ਦੀ ਥਾਂ ਤੀਜੀ ਮਿਸਲ ਆ ਮੱਲਦੀ। ਇਸੇ ਤਰ੍ਹਾਂ ਸਾਰਾ ਦਿਨ ਹੁੰਦਾ ਰਹਿੰਦਾ। ਸਿੱਖ ਸਰਦਾਰ ਦੁਰਾਨੀ ਜਰਨੈਲਾਂ ਨੂੰ ਅੱਗੇ ਵੱਧ ਕੇ ਲੜਨ ਵਾਸਤੇ ਲਲਕਾਰਦੇ, ਪਰ ਉਹ ਇਸ ਲਲਕਾਰੇ ਨੂੰ ਪਾਣੀ ਵਾਂਗ ਪੀ ਜਾਂਦੇ ਤੇ ਇੱਕ ਕਦਮ ਵੀ ਅੱਗੇ ਵਧਣ ਦੀ ਹਿੰਮਤ ਨਾ ਕਰਦੇ। ਉਹ ਸੁੱਖਾਂ ਸੁੱਖਦੇ ਕਿ ਅੱਲਾ ਛੇਤੀ ਰਾਤ ਪਾਵੇ ਤਾਂ ਸਿੱਖਾਂ ਹੱਥੋਂ ਛੁਟਕਾਰਾ ਮਿਲੇ। ਇਸ ਤਰ੍ਹਾਂ 7 ਦਿਨ ਰੋਜ਼ ਲੜਾਈ ਹੁੰਦੀ ਰਹੀ। ਨੂਰਮਹਿਲ ਤੇ ਕਪੂਰਥਲੇ 2 ਲੜਾਈਆਂ ਬੜੀਆਂ ਭਾਰੀਆਂ ਹੋਈਆਂ। ਕਪੂਰਥਲੇ ਤੋਂ ਲਾਹੌਰ ਦਾ ਰਾਹ ਛੱਡ ਕੇ ਅਬਦਾਲੀ ਬਟਾਲੇ ਨੂੰ ਹੋ ਤੁਰਿਆ। ਬਟਾਲੇ ਕੋਲ ਸਰਦਾਰ ਜੱਸਾ ਸਿੰਘ ਆਲੂ, ਸਰਦਾਰ ਹਰੀ ਸਿੰਘ ਭੰਗੀ, ਸਰਦਾਰ ਬਘੇਲ ਸਿੰਘ ਦੀ ਜਥੇਦਾਰੀ ਹੇਠਾਂ 30,000 ਸਿੰਘਾਂ ਨੇ ਆ ਹੱਲਾ ਕੀਤਾ। ਇੱਥੋਂ ਪੂਰੀ ਤਰ੍ਹਾਂ ਹਾਰ ਕੇ ਅਬਦਾਲੀ ਰਾਵੀ ਜਾ ਟੱਪਿਆ। ਰਾਵੀਓਂ ਪਾਰ ਸਿੰਘਾਂ ਫੇਰ ਹਮਲਾ ਜਾ ਕੀਤਾ। ਮੁੱਕਦੀ ਗੱਲ, ਸਿੰਘ ਗੁਜਰਾਤ ਤੱਕ ਅਬਦਾਲੀ ਨੂੰ ਤੋਰ ਕੇ ਆਏ। ਮੁੜਦੀ ਵਾਰੀ ਅਬਦਾਲੀ ਲਾਹੌਰ ਨਹੀਂ ਗਿਆ। ਮਾਰਚ ਦੇ ਅਖੀਰ ਵਿੱਚ ਅਬਦਾਲੀ ਰੋਹਤਾਸ ਜਾ ਪੁੱਜਾ ਤੇ ਸਿੱਖ ਵਿਸਾਖੀ ਮਨਾਉਣ ਵਾਸਤੇ ਅੰਮ੍ਰਿਤਸਰ ਨੂੰ ਮੁੜ ਆਏ। ਰੋਹਤਾਸ ਤੋਂ ਅਬਦਾਲੀ ਨੇ ਨਾਸਰ ਖਾਂ ਨੂੰ ਵਿਦਿਆ ਕੀਤਾ। ਪਹਿਲੇ ਨੇ ਮਗਰਲੇ ਨੂੰ ਝਨਾਹ ਤੋਂ ਲਹਿੰਦੇ ਪਾਸੇ ਦਾ ਸਾਰਾ ਮੁਲਕ ਦੇਣਾ ਚਾਹਿਆ, ਪਰ ਉਹ ਸਿੰਘਾਂ ਤੋਂ ਡਰਦਾ ਨਾ ਮੰਨਿਆ। ਉਸ ਨੇ ਕੋਇਟਾ ਅਬਦਾਲੀ ਤੋਂ ਮੰਗਿਆ, ਜੋ ਪ੍ਰਵਾਨ ਕਰ ਲਿਆ ਗਿਆ। ਇੱਥੋਂ ਅਬਦਾਲੀ ਕਾਬਲ ਦੇ ਤੇ ਨਾਸਰ ਖਾਂ ਕੁਲਾਤ ਦੇ ਰਾਹੇ ਪੈ ਗਿਆ। ਜੰਗਨਾਮੇ ਦੇ ਕਰਤਾ ਕਾਜ਼ੀ ਨੂਰ ਮੁਹੰਮਦ ਦੀ ਲਿਖਤ ਅਨੁਸਾਰ ਉਸ ਹਮਲੇ ਸਮੇਂ ਹੇਠ ਲਿਖੇ ਇਲਾਕੇ ਇਹਨਾਂ ਸਿੱਖਾਂ ਸਰਦਾਰਾਂ ਦੇ ਕਬਜ਼ੇ ਵਿੱਚ ਸਨ। ਚਨਿਓਟ ਸਰਦਾਰ ਝੰਡਾ ਸਿੰਘ ਭੰਗੀ ਦੇ ਕਬਜ਼ੇ ਵਿੱਚ, ਝੰਗ ਸਰਦਾਰ ਹਰੀ ਸਿੰਘ ਭੰਗੀ ਦੇ, ਬਰਪਾਲ ਕਰਮ ਸਿੰਘ ਦੇ, ਪੜੋਲ ਜੈ ਸਿੰਘ ਦੇ, ਕਲਾਨੌਰ ਜੱਸਾ ਸਿੰਘ ਰਾਮਗੜੀਏ ਦੇ, ਜਲੰਧਰ ਜੱਸਾ ਸਿੰਘ ਆਲੂਵਾਲੀਏ ਦੇ, ਬਟਾਲਾ ਜੱਸਾ ਸਿੰਘ ਰਾਮਗੜੀਏ ਦੇ, ਵਣੀਕੇ ਗੁੱਜਰ ਸਿੰਘ ਤੇ ਲਹਿਣਾ ਸਿੰਘ ਦੇ, ਪਿੰਡ ਸੈਦਾਂ ਤੇ ਚਮਿਆਰੀ ਅਗੜ ਸਿੰਘ ਤੇ ਸਾਂਵਲ ਸਿੰਘ ਦੇ, ਦੀਨਾਨਗਰ ਬਸਾਵਾ ਸਿੰਘ ਦੇ, ਰੋਹਤਾਸ ਚੜ੍ਹਤ ਸਿੰਘ ਦੇ, ਦੀਪਾਲਪੁਰ ਨੱਥਾ ਸਿੰਘ ਦੇ, ਸਰਹੰਦ ਲਾਹੌਰ ਮੁਲਤਾਨ ਤੇ ਡੇਰਾ ਜਾਤ ਤੱਕ ਸਾਰਾ ਮੁਲਕ ਸਿੱਖਾਂ ਨੇ ਮੱਲਿਆ ਹੋਇਆ ਸੀ। ਇਹ ਇਲਾਕੇ ਅਬਦਾਲੀ ਦੇ ਆਉਣ ਤੋਂ ਪਹਿਲਾਂ ਹੀ ਸਿੱਖਾਂ ਦੇ ਕੋਲ ਸਨ। ਉਸ ਦੇ ਮੁੜਨ ਪਿੱਛੋਂ ਉਹਨਾਂ ਬਾਕੀ ਮੁਲਕ ਵੀ ਮੱਲ ਲਿਆ। ਅਬਦਾਲੀ ਦਾ ਪਿੱਛਾ ਛੱਡ ਕੇ ਸਿੱਖ ਅੰਮ੍ਰਿਤਸਰ ਵਿਸਾਖੀ ਮਨਾਉਣ ਵਾਸਤੇ ਇਕੱਠੇ ਆ ਹੋਏ, ਜੋ 10 ਅਪ੍ਰੈਲ 1765 ਈਸਵੀ ਨੂੰ ਸੀ। ਸਿੱਖਾਂ ਸਮਝ ਲਿਆ ਸੀ ਕਿ ਹੁਣ ਉਹ ਅਬਦਾਲੀ ਨਾਲੋਂ ਤਕੜੇ ਹਨ। ਜੇ ਅਬਦਾਲੀ ਨੇ ਫੇਰ ਹਮਲਾ ਕੀਤਾ ਤਾਂ ਉਹ ਉਸ ਨੂੰ ਸ਼ਿਕਸਤ ਦੇ ਸਕਣਗੇ। ਉਹ 1 ਮਹੀਨਾ ਅੰਮ੍ਰਿਤਸਰ ਰਹੇ। ਅਬਦਾਲੀ ਦੇ ਢਾਏ ਹੋਏ ਗੁਰਦੁਆਰੇ ਫੇਰ ਬਣਾਏ ਗਏ। ਸਾਰੇ ਸਰਦਾਰਾਂ ਨੇ ਗੁਰਮਤਾ ਕੀਤਾ ਕਿ ਸਾਰੇ ਮੁਲਕ ਉੱਤੇ ਕਬਜ਼ਾ ਕੀਤਾ ਜਾਵੇ। ਅਰਦਾਸਾ ਸੋਧ ਕੇ ਸਾਰੇ ਸਰਦਾਰ ਆਪੋ ਆਪਣੇ ਇਲਾਕਿਆਂ ਉੱਤੇ ਕਬਜ਼ਾ ਕਰਨ ਵਾਸਤੇ ਤੁਰ ਪਏ। ਲਾਹੌਰ ਦਾ ਸੂਬੇਦਾਰ ਕਾਬਲੀ ਮੱਲ ਅਹਿਮਦ ਸ਼ਾਹ ਅਬਦਾਲੀ ਨੂੰ ਤੋਰਨ ਗਿਆ ਹੋਇਆ ਸੀ। ਪਿੱਛੇ ਲਾਹੌਰ ਦਾ ਹਾਕਮ ਉਸ ਦਾ ਭਤੀਜਾ ਅਮੀਰ ਸਿੰਘ ਸੀ। ਸਰਦਾਰ ਲਹਿਣਾ ਸਿੰਘ ਤੇ ਗੁੱਜਰ ਸਿੰਘ 2000 ਫੌਜ ਲੈ ਕੇ ਭਗਵਾਨਪੁਰੇ ਜਾ ਬੈਠੇ। ਉਥੋਂ ਦੇ ਅਰਾਈ ਮਿਹਰ ਸੁਲਤਾਨ, ਗੁਲਾਮ ਰਸੂਲ, ਅਸ਼ਰਫ,
ਚੰਨੂ, ਬਾਕਰ ਕਿਲੇ ਵਿੱਚ ਮਾਲੀ ਦਾ ਕੰਮ ਕਰਦੇ ਸਨ। ਭੰਗੀ ਸਰਦਾਰਾਂ ਨੇ ਉਹਨਾਂ ਨੂੰ ਆਪਣੇ ਨਾਲ ਗੰਢ ਲਿਆ। ਅਰਾਈਆਂ ਦੇ ਦੱਸੇ ਥਾਂ ਤੋਂ ਰਾਤ ਕਿਲੇ ਦੀ ਕੰਧ ਪਾੜ ਕੇ ਸਰਦਾਰ ਲਹਿਣਾ ਸਿੰਘ ਤੇ ਗੁੱਜਰ ਸਿੰਘ ਅੰਦਰ ਜਾ ਵੜੇ। ਅਮੀਰ ਸਿੰਘ ਮਹਿਲਾਂ ਵਿੱਚ ਨਾਚ ਵੇਖ ਰਿਹਾ ਸੀ। ਸਿੰਘਾਂ ਨੇ ਉਸ ਨੂੰ ਫੜ ਲਿਆ ਤੇ ਮੁਜੰਗ ਵਿੱਚ ਕੈਦ ਕਰ ਦਿੱਤਾ। ਅਗਲੇ ਦਿਨ ਨਿਆਜ਼ ਬੇਗ ਵਾਲਾ ਸਰਦਾਰ ਸੋਭਾ ਸਿੰਘ ਵੀ 200 ਸਵਾਰ ਸਣੇ ਆ ਗਿਆ। ਤਿੰਨਾਂ ਸਰਦਾਰਾਂ ਨੇ ਸ਼ਹਿਰ ਤੇ ਕਿਲੇ ਲਾਹੌਰ ਉੱਤੇ ਕਬਜ਼ਾ ਕਰ ਲਿਆ। ਸ਼ਹਿਰ ਦੇ ਪਤਵੰਤੇ, ਜਿਨ੍ਹਾਂ ਵਿੱਚ ਇਹ ਪ੍ਰਸਿੱਧ ਸਨ ਚੌਧਰੀ ਰੂਪਾ, ਮੀਰ ਨੱਥੂ ਸ਼ਾਹ, ਮੀਆਂ ਮੁਹੰਮਦ ਆਸ਼ਕ, ਹਾਫਿਜ਼ ਕਾਦਰ ਬਖਸ਼ ਤੇ ਦੀਵਾਨ ਸੂਰਤ ਸਿੰਘ ਦੇ ਲੜਕੇ ਲਾਲਾ ਬਿਸ਼ਨ ਸਿੰਘ ਤੇ ਮਹਾਰਾਜ ਸਿੰਘ ਡੈਪੂਟੇਸ਼ਨ ਬਣ ਕੇ ਸਿੱਖ ਸਰਦਾਰਾਂ ਕੋਲ ਗਏ ਕਿ ਸ਼ਹਿਰ ਵਿੱਚ ਅਮਨ ਦਾ ਰਾਜ ਕਾਇਮ ਕੀਤਾ ਜਾਏ। ਸਿੱਖ ਸਰਦਾਰਾਂ ਨੇ ਸ਼ਹਿਰ ਵਿੱਚ ਆਪ ਫਿਰ ਕੇ ਅਮਨ ਕੀਤਾ ਤੇ ਲੁੱਟ-ਮਾਰ ਕਰਨ ਵਾਲੇ ਨੂੰ ਸਖਤ ਸਜ਼ਾ ਦੇਣ ਦਾ ਹੁਕਮ ਸੁਣਾਇਆ। ਕਾਬਲੀ ਮਲ ਦਾ ਪਰਿਵਾਰ ਸਿੰਘਾਂ ਨੇ ਕੈਦ ਕਰ ਲਿਆ ਸੀ, ਜੋ ਪਿੱਛੋਂ 30,000 ਲੈ ਕੇ ਛੱਡ ਦਿੱਤਾ। ਕਾਬਲੀ ਮਲ ਜੰਮੂ ਚਲਾ ਗਿਆ ਸੀ, ਮਗਰੇ ਉਸ ਦਾ ਪਰਿਵਾਰ ਚਲਾ ਗਿਆ। ਸਿੱਖ ਸਰਦਾਰਾਂ ਨੇ ਲਾਹੌਰ ਵਿੱਚ ਅਮਨ ਦਾ ਰਾਜ ਕਾਇਮ ਕਰਕੇ ਸਿੱਕਾ ਚਾਲੂ ਕੀਤਾ, ਜਿਸ ਨੂੰ ਨਾਨਕਸ਼ਾਹੀ ਸਿੱਕਾ ਕਹਿੰਦੇ ਹਨ। ਉਸ ਉੱਤੇ ਫਾਰਸੀ ਅੱਖਰਾਂ ਵਿੱਚ ਲਿਖਿਆ ਹੋਇਆ ਸੀ, ਦੇਗ ਓ ਤੇਗ ਓ ਫਤਿਹ ਓ ਨੁਸਰਤ ਬੇਦ ਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਫਿਰ ਤਿੰਨਾਂ ਸਰਦਾਰਾਂ ਨੇ ਸ਼ਹਿਰ ਨੂੰ ਤਿੰਨਾਂ ਹਿੱਸਿਆਂ ਵਿੱਚ ਵੰਡ ਲਿਆ। ਸ਼ਹਿਰ ਦਾ ਚੜ੍ਹਦਾ ਹਿੱਸਾ ਸ਼ਾਲਾਮਾਰ ਬਾਗ ਤੱਕ ਸਰਦਾਰ ਗੁੱਜਰ ਸਿੰਘ ਦੇ ਹਿੱਸੇ ਆਇਆ। ਉਸ ਨੇ ਕਿਲਾ ਗੁੱਜਰ ਸਿੰਘ ਬਣਾ ਕੇ ਉਸ ਵਿੱਚ ਆਪਣਾ ਤਖਤ ਬਣਾਇਆ। ਸ਼ਹਿਰ ਦਾ ਵਿਚਲਾ ਹਿੱਸਾ ਸ਼ਾਹੀ ਕਿਲਾ, ਕਸ਼ਮੀਰੀ ਖਿਜ਼ਰੀ ਰੌਸ਼ਨੀ ਤੇ ਮਸਤੀ ਦਰਵਾਜ਼ੇ ਦੇ ਅੰਦਰਲਾ ਇਲਾਕਾ ਸਰਦਾਰ ਲਹਿਣਾ ਸਿੰਘ ਨੂੰ ਮਿਲਿਆ। ਸ਼ਹਿਰ ਦਾ ਦੱਖਣੀ ਤੇ ਪੱਛਮੀ ਹਿੱਸਾ ਮੁਜੰਗ, ਕੋਟ ਅਬਦੁੱਲਾ ਸ਼ਾਹ ਇਸ਼ਰਾ, ਚੌਬੁਰਜੀ ਸਰਦਾਰ ਸ਼ੋਭਾ ਸਿੰਘ ਦੇ ਹਿੱਸੇ ਆਈ। ਉਸ ਨੇ ਜੇਬਿੰਦਾ ਬੇਗਮ ਦੇ ਬਾਗ ਦੇ ਉਦਾਲੇ ਕੰਧ ਪੱਕੀ ਕਰਕੇ ਉਸ ਨੂੰ ਕਿਲੇ ਵਾਂਗ ਬਣਾ ਲਿਆ ਤੇ ਉਸ ਦਾ ਨਾਮ ਨਵਾਂ ਕੋਟ ਰੱਖ ਕੇ ਆਪਣਾ ਤਖਤ ਬਣਾਇਆ। ਇਹ ਖਬਰਾਂ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੂੰ ਮਿਲੀਆਂ ਤਾਂ ਉਹ ਵੀ 2000 ਫੌਜ ਲੈ ਕੇ ਲਾਹੌਰ ਆ ਗਿਆ। ਉਹਨੇ ਵੀ ਆਪਣਾ ਹਿੱਸਾ ਮੰਗਿਆ। ਭੰਗੀ ਸਰਦਾਰਾਂ ਨੇ ਉਸ ਨੂੰ ਤੋਪ ਜਮਜਮਾ ਦੇ ਦਿੱਤੀ। ਉਹ ਹੋਰ ਹਿੱਸਾ ਨਾ ਮਿਲਦਾ ਵੇਖ ਕੇ ਉਹਾ ਤੋਪ ਹੀ ਸ਼ਾਹੀ ਬੁਰਜ ਤੋਂ ਚੁਕਵਾ ਕੇ ਗੁੱਜਰਾਂ ਵਾਲੇ ਲੈ ਗਿਆ। ਲਾਹੌਰ ਉੱਤੇ ਕਬਜ਼ਾ ਕਰਕੇ ਸਿੱਖਾਂ ਦੇ ਸਾਰੇ ਪਰਿਵਾਰ ਸਾਰੇ ਪੰਜਾਬ ਉੱਤੇ ਆਪਣਾ ਕਬਜ਼ਾ ਕਰ ਲਿਆ। 2 ਮਹੀਨਿਆਂ ਵਿੱਚ ਹੀ ਉਹ ਸਾਰੇ ਪੰਜਾਬ ਉੱਤੇ ਛਾ ਗਏ। ਮਿਸਲਾਂ ਦੇ ਲੀਡਰਾਂ ਨੇ ਆਪਣੇ ਮਾਤਹਿਤ ਸਰਦਾਰਾਂ ਨੂੰ ਕਿਹਾ, ਜਿੰਨੇ ਇਲਾਕੇ ਉੱਤੇ ਕੋਈ ਕਬਜ਼ਾ ਰੱਖ ਸਕਦਾ ਹੈ ਉਹਨਾਂ ਮੰਨ ਲਵੇ। ਵੱਖ-ਵੱਖ ਮਿਸਲਾਂ ਨੇ ਇਹ ਇਲਾਕੇ ਮੱਲੇ। ਅੰਮ੍ਰਿਤਸਰ ਸਰਬੱਤ ਖਾਲਸੇ ਦਾ ਸਾਂਝਾ ਸ਼ਹਿਰ ਰਿਹਾ। ਉੱਥੇ ਸਭ ਸਰਦਾਰਾਂ ਦੇ ਵੱਖੋ ਵੱਖ ਕਟੜੇ ਸਨ, ਜੋ ਉਹਨਾਂ ਨੇ ਆਪਣੇ ਜਾਂ ਮਿਸਲ ਦੇ ਨਾਮ ਉੱਤੇ ਵਸਾਏ ਗਏ ਸਨ। ਅੰਮ੍ਰਿਤਸਰ ਵਿੱਚ ਆ ਕੇ ਸਾਰੇ ਸਰਦਾਰ ਭਰਾਵਾਂ ਵਾਂਗ ਮਿਲਦੇ ਤੇ ਰਹਿੰਦੇ ਸਨ। ਮਿਸਲ ਭੰਗੀਆਂ ਅੰਮ੍ਰਿਤਸਰ ਦਾ ਉਦਾਲਾ ਤੇ ਤਰਨਤਾਰਨ ਦਾ ਉਦਾਲਾ, ਖਾਸ ਕਰ ਤਰਨਤਾਰਨ ਦਾ ਦੱਖਣੀ ਹਿੱਸਾ ਤੇ ਕਸਬਾ ਤਰਨਤਾਰਨ ਸ਼ੀਨਿਆਂ ਦਾ ਇਲਾਕਾ ਕਰਮ ਸਿੰਘ ਭੰਗੀ ਕੋਲ। ਮਿਸਲ ਆਲੂਵਾਲੀਆ ਦਰਿਆ ਬਿਆਸ ਦੇ ਨਾਲ ਫਤਿਹਾਬਾਦ, ਗੋਇੰਦਵਾਲ, ਜੰਡਿਆਲਾ, ਬੁਤਾਲਾ, ਸਠਿਆਲਾ, ਬੰਡਾਲਾ, ਮਤਾਬਕੋਟ, ਜਲਾਲਾਬਾਦ, ਵੈਰੋਵਾਲ, ਕੋਟ ਮੁਹੰਮਦ ਖਾਂ। ਮਿਸਲ ਰਾਮਗੜੀਆ, ਸ਼੍ਰੀ ਹਰਗੋਬਿੰਦਪੁਰਾ, ਕਾਦੀਆਂ, ਮੱਤੇਵਾਲ, ਮਿਸਲ ਕਨਈਆ,
ਬਟਾਲੇ ਦਾ ਉਦਾਲਾ, ਫਤਿਹਗੜ੍ਹ ਗਿੱਲ ਵਾਲੀ 5 ਗਰਾਈਆਂ, ਮਿਸਲ ਨਕਈਆ, ਨੱਕੇ ਤੇ ਲੰਮੇ ਦਾ ਬਹੁਤ ਸਾਰਾ ਇਲਾਕਾ, ਮਿਸਲ ਸਿੰਘਪੁਰੀਆ, ਸਿੰਘਪੁਰਾ, ਅੰਮ੍ਰਿਤਸਰ, ਸਰਦਾਰ ਜੋਧ ਸਿੰਘ, ਸੌੜੀਆਂ, ਜਗਦੇਓ, ਘੋਨੇਵਾਲ, ਕੜਿਆਲ, ਸਰਦਾਰ ਦੀਵਾਨ ਸਿੰਘ, ਸੈਂਸਰਾ। ਰਾਵੀ ਤੇ ਬਿਆਸ ਦੇ ਵਿਚਕਾਰ ਦਾ ਬਹੁਤਾ ਹਿੱਸਾ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੇ ਜਿੱਤ ਕੇ ਆਪਣੇ ਮਾਤਹਿਤ ਸਰਦਾਰਾਂ ਨੂੰ ਦਿੱਤਾ। ਸਹਾਏ ਸਿੰਘ ਤੇ ਸਾਹਿਬ ਸਿੰਘ ਨੇ ਅੰਮ੍ਰਿਤਸਰ ਤੋਂ ਅੰਮ੍ਰਿਤ ਛਕ ਕੇ ਲੁਬਾਣਿਆਂ ਕੋਲੋਂ ਸ਼ੇਖੂਪੁਰਾ ਖੋਲਿਆ। ਭੰਗੀ ਮਿਸਲ ਸਰਦਾਰ ਹਰੀ ਸਿੰਘ ਨੇ ਕਾਲੇਵਾਲਾ, ਅਲਾਰ, ਪਨਵਾਨਾ, ਚੱਕ ਰਾਮਦਾਸ, ਚੋਬਾਰਾ ਤੇ ਕਈ ਹੋਰ ਪਿੰਡ ਮੱਲ ਲਏ। ਤਾਰਾ ਸਿੰਘ, ਜੀਵਨ ਸਿੰਘ ਤੇ ਸਾਹਿਬ ਸਿੰਘ ਨੇ ਪਠਾਣਾ ਤੋਂ ਕਿਲਾ ਸਿਆਲਕੋਟ ਖੋਲਿਆ ਤੇ ਬਹੁਤ ਸਾਰਾ ਇਲਾਕਾ ਮੱਲ ਲਿਆ। ਸਰਦਾਰ ਕਰਮ ਸਿੰਘ ਭੰਗੀ ਨੇ ਫਿਰੋਜ਼ ਕੇ, ਕਾਲੇ ਕੇ ਤੇ ਬਜਰਾ ਆਦਿ ਪਿੰਡ ਮੱਲ ਲਏ। ਚਨਾਹ, ਚਨਾਬ ਤੇ ਜੇਲਮ ਦੇ ਵਿਚਕਾਰ ਇਲਾਕੇ ਵਿੱਚ ਮੁਕਰਬ ਖਾਂ ਗੱਖੜ ਪ੍ਰਸਿੱਧ ਸੀ। ਸਰਦਾਰ ਗੁੱਜਰ ਸਿੰਘ ਭੰਗੀ ਤੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਏ ਨੇ ਮੁਕਰਬ ਖਾਂ ਨੂੰ ਸ਼ਿਕਸਤ ਦੇ ਕੇ ਉਸ ਦਾ ਇੱਕ ਕਿਲਾ ਗੁਜਰਾਤ ਤੇ ਇਲਾਕਾ ਮੱਲ ਲਿਆ। ਕਿਲਾ ਗੁਜਰਾਤ ਨੂੰ ਪੱਕਾ ਕਰਕੇ ਸਰਦਾਰ ਗੁੱਜਰ ਸਿੰਘ ਨੇ ਆਪਣੀ ਰਾਜਧਾਨੀ ਬਣਾਇਆ। ਸਾਰਾ ਜ਼ਿਲ੍ਹਾ ਦੋਹਾਂ ਮਿਸਲਾਂ ਨੇ ਅੱਧੋ ਅੱਧ ਕਰਕੇ ਆਪਣੇ ਮਾਤਹਿਤ ਸਰਦਾਰਾਂ ਨੂੰ ਦੇ ਦਿੱਤਾ। ਗੁਜਰਾਤ ਤੇ ਵੜੈਚਾਂ ਦਾ ਇਲਾਕਾ ਭੰਗੀਆਂ ਨੇ ਮੱਲ ਲਿਆ ਤੇ 51 ਤੋਂ ਮਿਆਣੀ ਤੱਕ ਸ਼ੁਕਰ ਚੱਕੀਆਂ। ਮਿੱਡ ਤੇ ਮੂਸਾ ਚੂਹਾ ਸਰਦਾਰ ਗੰਡਾ ਸਿੰਘ ਭੰਗੀ ਨੇ ਮੱਲ ਲਿਆ। ਪਿੰਡ ਮਿਆਣੀ ਸਰਦਾਰ ਤਾਰਾ ਸਿੰਘ ਭੰਗੀ ਦੇ ਤੇ ਭੇਰਾ ਤੇ ਅਹਿਮਦਾਬਾਦ ਸਰਦਾਰ ਮਾਨ ਸਿੰਘ ਦੇ ਕਬਜ਼ੇ ਆ ਗਿਆ। ਦੁਆਬਾ, ਜਲੰਧਰ ਤੇ ਮਾਲਵਾ ਪਹਿਲਾਂ ਹੀ ਸਿੱਖਾਂ ਦੇ ਕਬਜ਼ੇ ਵਿੱਚ ਸੀ। ਬਿਆਸ ਤੋਂ ਲਹਿੰਦੇ ਪਾਸੇ ਦੇ ਇਲਾਕਿਆਂ ਉੱਤੇ ਕਬਜ਼ੇ ਕਰਕੇ ਸਿੱਖ ਫੇਰ ਅੰਮ੍ਰਿਤਸਰ ਆ ਇਕੱਠੇ ਹੋਏ। ਇੱਥੇ ਗੁਰਮਤਾ ਸੋਧਿਆ ਗਿਆ ਕਿ ਨਜੀਬੂ ਦੌਲਾ ਦਾ ਇਲਾਕਾ ਲੁੱਟਿਆ ਜਾਵੇ। ਸੋ ਸਤੰਬਰ 1765 ਈਸਵੀ ਵਿੱਚ ਸਿੰਘਾਂ ਨੇ ਚੜ੍ਹਦੇ ਨੂੰ ਚੜ੍ਹਾਈ ਕਰ ਦਿੱਤੀ। ਸਰਹੰਦ ਪਹੁੰਚ ਕੇ ਸਿੱਖਾਂ ਦੇ ਦੋਵੇਂ ਦਲ ਵੱਖੋ ਵੱਖ ਹੋ ਗਏ। ਤਰਨਾ ਦਲ ਤਾਂ ਬੂੜੀਆ ਘਾਟ ਤੋਂ ਲੰਘ ਕੇ ਸਹਾਰਨਪੁਰ ਜਾ ਵੜਿਆ ਤੇ ਬੁੱਢਾ ਦਲ ਦਿੱਲੀ ਤੋਂ ਪਹਾੜ ਦੀ ਬਾਹੀ ਨਜੀਬੂ ਦੌਲਾ ਦੀ ਜਗੀਰ ਲੁੱਟਣ ਲੱਗਾ। ਨਜੀਬੂ ਦੌਲਾ ਉਸ ਵੇਲੇ ਰੋਹਤਕ ਦੇ ਇਲਾਕੇ ਵਿੱਚ ਸੀ। ਉਹ ਸੁਣਦਿਆਂ ਸਾਰ ਫੌਜ ਲੈ ਕੇ ਚੜ੍ਹਿਆ, ਪਰ ਉਹਦੇ ਆਉਣ ਤੋਂ ਪਹਿਲਾਂ ਹੀ ਸਿੰਘ ਲੁੱਟਮਾਰ ਕਰਕੇ ਅੰਮ੍ਰਿਤਸਰ ਨੂੰ ਪਰਤ ਆਏ। 14 ਅਕਤੂਬਰ 1765 ਈਸਵੀ ਨੂੰ ਦੀਵਾਲੀ ਸੀ, ਜੋ ਖਾਲਸੇ ਨੇ ਬੜੀ ਧੂਮ-ਧਾਮ ਨਾਲ ਮਨਾਈ। ਦੀਵਾਲੀ ਤੋਂ ਵਿਹਲੇ ਹੋ ਕੇ ਸਿੱਖ ਫੇਰ ਨਜੀਬੂ ਦੌਲਾ ਦੇ ਇਲਾਕੇ ਵਿੱਚ ਜਾ ਵੜੇ। ਨਜੀਬੂ ਦੌਲਾ ਪਹਿਲਾਂ ਤੋਂ ਹੀ ਤਿਆਰੀ ਕਰੀ ਬੈਠਾ ਸੀ। ਸੋ ਸ਼ਾਮਲੀ ਕੋਲ ਦੋਹਾਂ ਧਿਰਾਂ ਵਿੱਚ ਕਈ ਦਿਨ ਲੜਾਈ ਹੁੰਦੀ ਰਹੀ। 2 ਦਿਨ ਬੜਾ ਘੋਰ ਯੁੱਧ ਹੋਇਆ। ਰਾਤ ਲੜਾਈ ਬੰਦ ਹੋਈ ਤਾਂ ਸਿੱਖ ਰਾਤੋਂ ਰਾਤ ਜਮਨਾ ਟੱਪ ਕੇ ਇਸ ਪਾਸੇ ਆ ਗਏ। ਸ਼ਾਮਲੀ ਦੀ ਲੜਾਈ ਤੋਂ ਵਿਹਲੇ ਹੋ ਕੇ ਸਿੱਖ ਜਾਟ ਰਾਜਿਆਂ ਦੇ ਇਲਾਕੇ ਵੱਲ ਹੋ ਤੁਰੇ। ਜਨਵਰੀ 1766 ਈਸਵੀ ਨੂੰ ਦੋਵੇਂ ਦਲ ਭਰਤਪੁਰੀਏ ਦੇ ਇਲਾਕੇ ਵਿੱਚ ਜਾ ਵੜੇ। ਰਾਜਾ ਜਵਾਹਰ ਮੱਲ ਨੇ ਆਪਣਾ ਵਕੀਲ ਰਾਮ ਕਸ਼ੇਪ ਅਹੀਰ ਭੇਜ ਕੇ ਸੁਲ੍ਹਾ ਕਰ ਲਈ ਤੇ ਉਸਨੇ 7 ਲੱਖ ਨਜ਼ਰਾਨਾ ਇਸ ਵਾਸਤੇ ਦਿੱਤਾ ਕਿ ਸਿੱਖ ਉਸ ਦੇ ਇਲਾਕੇ ਵਿੱਚ ਲੁੱਟਮਾਰ ਨਾ ਕਰਨ, ਸਗੋਂ ਮਰਹੱਟਿਆਂ ਦੇ ਵਿਰੁੱਧ ਉਸ ਦੀ ਮਦਦ ਕਰਨ। ਬੁੱਢਾ ਦਲ ਤਾਂ ਉੱਥੇ ਜਵਾਹਰ ਮੱਲ ਦੀ ਮਦਦ ਵਾਸਤੇ ਰਿਹਾ, ਪਰ ਤਰਨਾ ਦਲ ਫਿਰ ਨਜੀਬੂ ਦੌਲਾ ਦੇ ਇਲਾਕੇ ਵਿੱਚ ਆ ਲੁੱਟਮਾਰ ਕਰਨ ਲੱਗਾ। ਨਜੀਬੂ ਦੌਲਾ ਫੌਜ ਲੈ ਕੇ ਚੜ੍ਹਿਆ ਤਾਂ ਤਰਨਾ ਦਲ ਪੰਜਾਬ ਨੂੰ ਪਰਤ ਆਇਆ। ਜਵਾਹਰ ਮੱਲ ਤੇ ਸਿੱਖਾਂ ਨੇ ਰਾਜਾ ਮਾਧੋ ਸਿੰਘ ਜੈਪੁਰ ਦਾ ਇਲਾਕਾ ਲੁੱਟਣ ਦੀ ਸਲਾਹ ਬਣਾ ਲਈ, ਜੋ ਮਰਹੱਟਿਆਂ ਦਾ ਸਾਥੀ ਸੀ। ਰਾਤੋਂ ਰਾਤ 42 ਮੀਲ ਸਫ਼ਰ ਕਰਕੇ ਸਿੱਖਾਂ ਨੇ ਸ਼ਹਿਰ ਰੀਵਾੜੀ ਜਾ ਲੁੱਟਿਆ।
ਮਲਹਾਰ ਰਾਓ ਮਰਹੱਟਾ ਧੌਲਪੁਰ ਕੋਲ ਬੈਠਾ ਜਾਟ ਰਾਜੇ ਦਾ ਇਲਾਕਾ ਲੁੱਟ ਰਿਹਾ ਸੀ। ਜਵਾਹਰ ਮੱਲ ਤੇ ਸਿੱਖ ਫੌਜ ਨੇ ਮਰਹੱਟਾ ਫੌਜ ਤੇ ਧਾਵਾ ਕੀਤਾ। 13-14 ਮਾਰਚ ਨੂੰ ਧੌਲਪੁਰ ਕੋਲ ਲੜਾਈ ਹੋਈ। ਮਰਹੱਟੇ ਹਾਰ ਕੇ ਨੱਸ ਉੱਠੇ ਤੇ ਧੌਲਪੁਰ ਜਾ ਲੁਕੇ। ਮਰਹੱਟਾ ਜਰਨੈਲ ਸੁਲਤਾਨ ਜੀ ਜ਼ਖਮੀ ਪਿਆ ਫੜਿਆ ਗਿਆ। ਜਵਾਹਰ ਮੱਲ ਨੇ ਧੌਲਪੁਰ ਨੂੰ ਘੇਰਾ ਪਾ ਕੇ ਸਭ ਮਰਹੱਟੇ ਜਰਨੈਲ ਕੈਦ ਕਰ ਲਏ। ਜਵਾਹਰ ਮੱਲ ਤੋਂ ਵਿਦਿਆ ਹੋ ਕੇ ਸਿੱਖ ਦਿੱਲੀ ਉਦਾਲੇ ਆ ਹੋਏ। ਨਜੀਬੂਦੌਲਾ ਦਾ ਨਾਇਕ ਅਫਜ਼ਲ ਖਾਂ ਉਸ ਵੇਲੇ ਦਿੱਲੀ ਵਿੱਚ ਸੀ। ਉਹਨੇ ਸਿੱਖਾਂ ਤੋਂ ਡਰਦਿਆਂ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਲਏ। ਸਿੱਖਾਂ ਨੇ ਪ੍ਰਤਾਪਗੰਜ ਦਾ ਸਾਰਾ ਇਲਾਕਾ ਲੁੱਟ ਲਿਆ। ਫਿਰ ਜਮਨਾ ਤੋਂ ਪਾਰ ਹੋ ਕੇ ਉਹਨਾਂ ਕੋਟਾਨਾ, ਝੰਝਾਨਾ ਤੇ ਬਡਾਨਾ ਲੁੱਟ ਲਏ। ਨਜੀਬੂਦੌਲਾ ਫੌਜ ਲੈ ਕੇ ਕੋਟਾਨਾ ਘਾਟ ਤੋਂ ਲੰਘਿਆ ਤੇ ਸਿੱਖਾਂ ਦੇ ਡੇਰੇ ਉੱਤੇ ਜਾ ਪਿਆ। ਸਿੱਖ ਉਸ ਵੇਲੇ ਉਦਾਲੇ ਦੇ ਪਿੰਡਾਂ ਵਿੱਚ ਲੁੱਟ ਮਾਰ ਕਰਨ ਗਏ ਹੋਏ ਸਨ, ਸੋ ਉਹਨਾਂ ਦਾ ਸੁੰਝਾ ਡੇਰਾ ਰੋਹਿਲਾ ਫੌਜ ਨੇ ਲੁੱਟ ਲਿਆ। ਰੌਲਾ ਸੁਣ ਕੇ ਸਿੱਖ ਵੀ ਇਕੱਠੇ ਹੋ ਗਏ, ਪਰ ਉਹਨਾਂ ਦਾ ਡੇਰਾ ਬਹੁਤ ਸਾਰਾ ਲੁੱਟਿਆ ਗਿਆ। 16 ਤੋਂ 20 ਅਪ੍ਰੈਲ ਤੱਕ ਦੋਹਾਂ ਧਿਰਾਂ ਵਿੱਚ ਲੜਾਈ ਹੁੰਦੀ ਰਹੀ, ਜਿਸ ਵਿੱਚ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ। ਸਿੱਖ ਜਮਨਾ ਦੇ ਇਸ ਪਾਰ ਲੰਘ ਆਏ। ਉਹਨਾਂ ਨਜੀਬੂਦੌਲਾ ਦੇ ਇਸ ਪਾਸੇ ਦੇ ਜ਼ਿਲ੍ਹੇ ਲੁੱਟ ਲਏ। ਨਜੀਬੂਦੌਲਾ ਮਗਰੋਂ ਆਇਆ, ਪਰ ਸਿੱਖਾਂ ਹੱਥੋਂ ਬਹੁਤ ਨੁਕਸਾਨ ਉਠਾ ਕੇ ਵਾਪਸ ਮੁੜ ਗਿਆ। ਇਹਨਾਂ ਲੜਾਈਆਂ ਵਿੱਚ ਰਾਜਾ ਅਮਰ ਸਿੰਘ ਪਟਿਆਲਾ ਨੇ ਨਜੀਬੂਦੌਲਾ ਦੀ ਮਦਦ ਕੀਤੀ, ਸੋ ਵਾਪਸੀ ਉੱਤੇ ਸਿੰਘਾਂ ਨੇ ਪਟਿਆਲੇ ਦੇ ਇਲਾਕੇ ਉੱਤੇ ਹਮਲਾ ਕਰ ਦਿੱਤਾ। ਰਾਜਾ ਅਮਰ ਸਿੰਘ ਨਾਲ ਲੜੇ ਤੇ ਉਹਦਾ ਇਲਾਕਾ ਲੁੱਟ ਲਿਆ। ਇਨ੍ਹਾਂ ਹੀ ਦਿਨਾਂ ਵਿੱਚ ਸਰਦਾਰ ਹੀਰਾ ਸਿੰਘ ਨਕਈ ਨੇ ਪਾਕਪਟਨ ਦੇ ਇਲਾਕੇ ਉੱਤੇ ਹਮਲਾ ਕੀਤਾ। ਉੱਥੋਂ ਦੇ ਦੀਵਾਨ ਨਾਲ ਪਿੰਡ ਭੂਮਣ ਸ਼ਾਹ ਕੋਲ ਲੜਾਈ ਹੋਈ, ਜਿਸ ਵਿੱਚ ਸਰਦਾਰ ਹੀਰਾ ਸਿੰਘ ਮਾਰਿਆ ਗਿਆ। ਫਿਰ ਉਸ ਦਾ ਭਤੀਜਾ ਨਾਹਰ ਸਿੰਘ ਮਿਸਲ ਦਾ ਜਥੇਦਾਰ ਬਣਿਆ। ਨਕਈ ਲੜਾਈ ਛੱਡ ਕੇ ਵਾਪਸ ਆ ਗਏ। ਕੁਛ ਚਿਰ ਪਿੱਛੋਂ ਭੰਗੀ, ਸਰਦਾਰ ਝੰਡਾ ਸਿੰਘ ਤੇ ਗੰਡਾ ਸਿੰਘ ਨੇ ਪਾਕਪਟਨ ਤੇ ਚੜ੍ਹਾਈ ਕੀਤੀ। ਮੁਹੰਮਦ ਅਜ਼ੀਮ ਲੜ ਕੇ ਹਾਰ ਗਿਆ। ਭੰਗੀਆਂ ਨੇ ਪਾਟਪਟਨ ਦੇ ਉਦਾਲੇ ਦਾ ਇਲਾਕਾ ਮੱਲ ਲਿਆ। ਡਿੱਗੇ ਹੋਏ ਵਕਾਰ ਨੂੰ ਕਾਇਮ ਕਰਨ ਤੇ ਖੁੱਸੇ ਹੋਏ ਮੁਲਕ ਨੂੰ ਫੇਰ ਕਬਜ਼ੇ ਕਰਨ ਵਾਸਤੇ ਅਹਿਮਦ ਸ਼ਾਹ ਅਬਦਾਲੀ ਬੜੀ ਭਾਰੀ ਫੌਜ ਲੈ ਕੇ ਇੱਕ ਵਾਰ ਫੇਰ ਪੰਜਾਬ ਉੱਤੇ ਚੜ੍ਹ ਆਇਆ। ਚੜ੍ਹੇ ਦਸੰਬਰ 1766 ਈਸਵੀ ਹੀ ਉਹ ਦਰਿਆ ਅਟਕ ਤੋਂ ਟੱਪ ਪਿਆ। ਰੋਹਤਾਸ ਦੇ ਇਲਾਕੇ ਵਿੱਚ ਉਸ ਵੇਲੇ 7,000 ਸਿੱਖ ਸਨ। ਉਹ 9-10 ਮੀਲ ਅੱਗੇ ਵੱਧ ਕੇ ਅਬਦਾਲੀ ਨੂੰ ਮਿਲੇ। ਦੁਰਾਨੀ ਫੌਜ ਦੀ ਗਿਣਤੀ ਸਿੱਖਾਂ ਨਾਲੋਂ 8-10 ਗੁਣਾ ਵਧੇਰੇ ਸੀ, ਸੋ ਇਸ ਲੜਾਈ ਵਿੱਚ ਸਿੱਖਾਂ ਦਾ ਬੜਾ ਨੁਕਸਾਨ ਹੋਇਆ। ਇਹ ਪਹਿਲੀ ਜਿੱਤ ਹਾਸਲ ਕਰਕੇ ਅਬਦਾਲੀ ਰੋਹਤਾਸ ਤੋਂ ਅਗਾਂਹ ਲੰਘਿਆ ਤਾਂ ਗੁਜਰਾਤ ਦਾ ਸ਼ਾਹ ਦੌਲਾ ਤੇ ਹੋਰ ਕਈ ਮੁਸਲਮਾਨ ਸਰਦਾਰ ਉਸ ਨਾਲ ਆ ਮਿਲੇ। ਰੋਹਤਾਸ ਕੋਲ ਹਾਰੇ ਹੋਏ ਸਿੱਖਾਂ ਨੇ ਜਿਹਲਮ ਦੇ ਉਰਲੇ ਕੰਢੇ ਫੇਰ ਦੁਰਾਨੀ ਫੌਜ ਉੱਤੇ ਹਮਲਾ ਕੀਤਾ, ਪਰ ਗਿਣਤੀ ਬਹੁਤ ਥੋੜ੍ਹੀ ਹੋਣ ਕਰਕੇ ਫੇਰ ਹਾਰ ਗਏ। ਇੱਥੋਂ ਅਬਦਾਲੀ ਸਿਆਲਕੋਟ ਆ ਬੈਠਾ। 10 ਦਸੰਬਰ ਨੂੰ ਉੱਥੋਂ ਚੱਲ ਕੇ ਉਹ 8 ਮੀਲ ਤੇ ਆ ਬੈਠਾ। ਇਲਾਕੇ ਦੇ ਜ਼ਿਮੀਂਦਾਰਾਂ ਨੂੰ ਬੁਲਾ ਕੇ ਉਹਨੇ 1.5 ਲੱਖ ਨਜ਼ਰਾਨਾ ਉਗਰਾਇਆ। 15 ਦਸੰਬਰ ਨੂੰ ਅਬਦਾਲੀ ਡਸ ਕੇ ਪੁੱਜ ਪਿਆ। ਇਸ ਇਲਾਕੇ ਦੇ ਜ਼ਿਮੀਂਦਾਰਾਂ ਤੋਂ ਉਹਨੇ 3 ਲੱਖ ਮਾਮਲਾ ਇਕੱਠਾ ਕੀਤਾ। ਇੱਥੋਂ ਚੱਲ ਕੇ 21 ਦਸੰਬਰ ਨੂੰ ਅਬਦਾਲੀ ਫਾਜ਼ਿਲਾਬਾਦ ਆ ਪੁੱਜਾ। ਲਾਹੌਰ ਵਿੱਚ ਉਸ ਵੇਲੇ ਸਿੱਖਾਂ ਦੀ 8,000 ਫੌਜ ਸੀ। ਅਬਦਾਲੀ ਨੇੜੇ ਪੁੱਜਾ ਤਾਂ ਸਿੱਖ ਸਰਦਾਰ ਲਹਿਣਾ ਸਿੰਘ, ਗੁੱਜਰ ਸਿੰਘ, ਸੋਭਾ ਸਿੰਘ ਸਣੇ ਫੌਜ ਲਾਹੌਰ ਖਾਲੀ ਕਰਕੇ ਚਲੇ ਗਏ। ਲਹਿਣਾ ਸਿੰਘ ਤੇ ਗੁੱਜਰ ਸਿੰਘ ਕਸੂਰ ਨੂੰ ਤੁਰ ਗਏ ਤੇ ਸੋਭਾ ਸਿੰਘ ਪਾਕਪਟਨ ਵੱਲ। 22 ਦਸੰਬਰ ਨੂੰ ਅਬਦਾਲੀ ਲਾਹੌਰ ਵਿੱਚ ਦਾਖਲ ਹੋਇਆ।
शहर दे पतवंते मुसलमान ते हिंदू ਡੈਪੂਟੇਸ਼ਨ बन के अबदाली कोल आए ते बेनती कीती कि जे शहर वासियों का भला चाहुंदे हो तां सरदार लहणा सिंह नूं बुला के सूबेदार बना दिओ, क्योंकि ਉਹ नेक ਨਿਆਂਕਾਰ ਤੇ ਸਾਰਿਆਂ ਦਾ ਸਾਂਝਾ ਹਾਕਮ ਹੈ। ਉਹ ਹਿੰਦੂ ਮੁਸਲਮਾਨ ਨੂੰ ਇੱਕੋ ਜਿਹਾ ਜਾਣਦਾ ਹੈ। ਉਹਨੇ ਈਦ ਦੇ ਦਿਨ ਸ਼ਹਿਰ ਦੇ ਕਾਜ਼ੀਆਂ ਮੁਲਾਣਿਆਂ ਨੂੰ ਪਗੜੀਆਂ ਦਿੱਤੀਆਂ ਸਨ। ਉਹਨਾਂ ਇਹ ਵੀ ਕਿਹਾ ਕਿ ਜੇ ਕਿਸੇ ਹੋਰ ਨੂੰ ਲਾਹੌਰ ਦਾ ਹਾਕਮ ਬਣਾ ਦਿਓਗੇ ਤਾਂ ਸਿੱਖ ਉਸ ਨੂੰ ਰਾਜ ਕਰਨ ਨਹੀਂ ਦੇਣਗੇ। ਅਬਦਾਲੀ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣ ਗਿਆ ਸੀ। ਉਹਨੇ ਪਿੰਡ ਮੋਦੇ ਦੇ ਰਹਿਣ ਵਾਲੇ ਰਹਿਮਤੁੱਲਾ ਬੇਗ ਨੂੰ ਆਪਣੀ ਚਿੱਠੀ ਦੇ ਕੇ ਸਰਦਾਰ ਲਹਿਣਾ ਸਿੰਘ ਕੋਲ ਭੇਜਿਆ। ਨਾਲ ਹੀ ਤੋਹਫੇ ਵਜੋਂ ਕਾਬਲ ਦੇ ਮੇਵੇ ਭੇਜੇ। ਚਿੱਠੀ ਵਿੱਚ ਸਰਦਾਰ ਲਹਿਣਾ ਸਿੰਘ ਨੂੰ ਲਾਹੌਰ ਦੀ ਸੂਬੇਦਾਰੀ ਦੇਣ ਵਾਸਤੇ ਲਿਖਿਆ ਸੀ। ਅੱਗੋਂ ਲਹਿਣਾ ਸਿੰਘ ਨੇ ਮੇਵੇ ਮੋੜ ਘੱਲੇ ਤੇ ਨਮੂਨੇ ਵਜੋਂ ਕੁਝ ਛੋਲਿਆਂ ਦੇ ਦਾਣੇ ਘੱਲੇ। ਚਿੱਠੀ ਦੇ ਉੱਤਰ ਵਿੱਚ ਉਸਨੇ ਲਿਖਿਆ, ਮੇਵੇ ਬਾਦਸ਼ਾਹਾਂ ਦੀ ਖੁਰਾਕ ਹੈ ਤੇ ਮੈਂ ਇੱਕ ਸਿਪਾਹੀ ਹਾਂ ਜੋ ਇਹੋ ਜਿਹੀ ਸਾਦਾ ਖੁਰਾਕ ਤੇ ਗੁਜ਼ਾਰਾ ਕਰ ਸਕਦਾ ਹਾਂ। ਬਾਕੀ ਗੱਲ ਰਹੀ ਸੂਬੇਦਾਰੀ ਦੀ, ਮੈਂ ਉਸ ਪੰਥ ਦਾ ਇੱਕ ਸਿਪਾਹੀ ਹਾਂ ਜੋ ਗੁਰੂ ਗੋਬਿੰਦ ਸਿੰਘ ਤੋਂ ਬਿਨਾਂ ਹੋਰ ਕਿਸੇ ਦਾ ਬਖਸ਼ਿਆ ਹੋਇਆ ਤ੍ਰੈਲੋਕੀ ਦਾ ਰਾਜ ਵੀ ਲੈਣ ਨੂੰ ਤਿਆਰ ਨਹੀਂ। ਮੁੱਕਦੀ ਗੱਲ, ਸਰਦਾਰ ਲਹਿਣਾ ਸਿੰਘ ਅਬਦਾਲੀ ਦੇ ਸੁਲ੍ਹਾ ਦੇ ਜਾਲ ਵਿੱਚ ਨਾ ਫਸਿਆ। ਅਬਦਾਲੀ ਇੱਕ ਸਤਵਾਰਾ ਲਾਹੌਰ ਵਿੱਚ ਰਿਹਾ। ਨਗ ਪੂਰੇ ਕਰਨ ਵਾਸਤੇ ਉਹਨੇ ਦਾਦਨ ਖਾਂ ਮੌਲਵੀ ਅਬਦੁੱਲਾ ਦੇ ਭਰਾ ਨੂੰ ਲਾਹੌਰ ਦਾ ਸੂਬੇਦਾਰ ਤੇ ਰਹਿਮਤ ਖਾਂ ਰੋਹੇਲੇ ਨੂੰ ਉਸ ਦਾ ਨਾਇਬ ਥਾਪਿਆ। ਲਾਹੌਰ ਦਾ ਇਹ ਪ੍ਰਬੰਧ ਕਰਕੇ ਤੇ ਡੇਰਾ ਲਾਹੌਰ ਹੀ ਛੱਡ ਕੇ ਅਬਦਾਲੀ 50,000 ਫੌਜ ਲੈ ਕੇ ਚੜ੍ਹਦੇ ਨੂੰ ਹੋ ਤੁਰਿਆ। ਉਸ ਕੋਲ 7,000 ਜਜ਼ਾਇਰਚੀ ਤੇ ਕੁਛ ਤੋਪਾਂ ਵੀ ਸਨ। ਜਹਾਨ ਖਾਂ, ਫੈਜ਼ਤਲਬ ਖਾਂ, ਬਰਖੁਰਦਾਰ ਖਾਂ, ਦਰਵੇਸ਼ ਅਲੀ ਖਾਂ ਹਜ਼ਾਰਾ ਆਦਿ ਜਰਨੈਲ ਉਸ ਦੇ ਨਾਲ ਸਨ। 28 ਦਸੰਬਰ ਨੂੰ ਅਬਦਾਲੀ ਨੇ ਫਤਿਹਾਬਾਦ ਉੱਤੇ ਹਮਲਾ ਕੀਤਾ। ਕਿਲੇ ਵਿਚਲੇ ਕੁਝ ਸਿੱਖ ਲੜ ਕੇ ਸ਼ਹੀਦ ਹੋ ਗਏ ਤਾਂ ਅਬਦਾਲੀ ਨੇ ਪਿੰਡ ਤੇ ਇਲਾਕਾ ਲੁੱਟ ਲਿਆ। ਉਸ ਵੇਲੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ 20,000 ਫੌਜ ਸਣੇ ਪਿੰਡ ਖਾਸੇ ਕੋਲ ਬੈਠੇ ਸਨ। ਸਰਦਾਰ ਤਾਰਾ ਸਿੰਘ, ਖੁਸ਼ਹਾਲ ਸਿੰਘ ਪਿੰਡ ਤਾਰਾਗੜ੍ਹ ਤੇ ਸਰਦਾਰ ਲਹਿਣਾ ਸਿੰਘ, ਗੁੱਜਰ ਸਿੰਘ ਪਿੰਡ ਕਾਨੇ ਕੋਲ। ਜਦ ਅਬਦਾਲੀ ਫਤਿਹਾਬਾਦ ਲੁੱਟ ਰਿਹਾ ਸੀ, ਉਦੋਂ ਚੜ੍ਹਤ ਸਿੰਘ ਤੇ ਲਹਿਣਾ ਸਿੰਘ ਨੇ ਹਮਲਾ ਕਰਕੇ ਅਬਦਾਲੀ ਦਾ ਡੇਰਾ ਲੁੱਟ ਲਿਆ। ਖਬਰ ਸੁਣ ਕੇ ਅਬਦਾਲੀ ਛੇਤੀ ਲਾਹੌਰ ਨੂੰ ਪਰਤਿਆ ਤੇ 1 ਜਨਵਰੀ 1767 ਈਸਵੀ ਨੂੰ ਮਹਿਮੂਦ ਤੁਲੀ ਆ ਪੁੱਜਾ। ਸਿੱਖ ਉਹਦੇ ਆਉਣ ਤੋਂ ਪਹਿਲਾਂ ਹੀ ਡੇਰਾ ਲੁੱਟ ਕੇ ਦੂਰ ਨਿਕਲ ਗਏ। ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਸਰਦਾਰ ਲਹਿਣਾ ਸਿੰਘ, ਗੁੱਜਰ ਸਿੰਘ ਭੰਗੀ ਅੰਮ੍ਰਿਤਸਰ ਆ ਇਕੱਠੇ ਹੋਏ। ਜਹਾਨ ਖਾਂ ਨੇ 15,000 ਫੌਜ ਨਾਲ 17 ਜਨਵਰੀ ਨੂੰ ਉਹਨਾਂ ਉੱਤੇ ਹਮਲਾ ਕੀਤਾ। ਇੱਕ ਪਹਿਰ ਬੜੀ ਲਹੂ ਡੋਲਵੀਂ ਲੜਾਈ ਹੋਈ, ਜਿਸ ਵਿੱਚ 6,000 ਦੁਰਾਨੀ ਕਤਲ ਹੋਏ। ਜਹਾਨ ਖਾਂ ਹਾਰ ਕੇ ਨੱਸ ਗਿਆ। ਅਬਦਾਲੀ ਆਪ ਫੌਜ ਲੈ ਕੇ ਗਿਆ ਤਾਂ ਸਿੱਖ ਜੰਗਲ ਵਿੱਚ ਵੜ ਗਏ। 17 ਜਨਵਰੀ ਨੂੰ ਅਬਦਾਲੀ ਬਿਆਸ ਟੱਪਿਆ ਤੇ ਅਗਲੇ ਦਿਨ ਸਹੇੜੀ ਪਿੰਡ ਜਾ ਡੇਰਾ ਕੀਤਾ। ਇੱਥੋਂ ਨਜੀਬੂਦੌਲਾ ਦਾ ਵਕੀਲ ਰਾਏ ਮੇਘਰਾਜ, ਮੀਰ ਕਾਸਮ ਦਾ ਵਕੀਲ ਸੁਜਾਨ ਰਾਏ, ਰਾਜਾ ਜਵਾਹਰ ਮੱਲ ਦਾ ਵਕੀਲ ਲਾਹੌਰੀ ਮੱਲ, ਰਾਜਾ ਮਾਧੋ ਸਿੰਘ ਦਾ ਵਕੀਲ ਭੀਮ ਸਿੰਘ, ਰਾਜਾ ਅਮਰ ਸਿੰਘ ਪਟਿਆਲੇ ਦਾ ਵਕੀਲ ਤੇ ਰਾਏ ਕੱਲਾ ਦਾ ਵਕੀਲ ਅਬਦਾਲੀ ਦੇ ਪੇਸ਼ ਹੋਏ ਤੇ ਸਭ ਨੇ ਨਜ਼ਰਾਨੇ ਪੇਸ਼ ਕੀਤੇ। ਅਬਦਾਲੀ ਨੇ ਸਾਰੇ ਵਕੀਲਾਂ ਨੂੰ ਹੁਕਮ ਦਿੱਤਾ ਕਿ ਆਪਣੇ ਮਾਲਕਾਂ ਨੂੰ ਕਹੋ ਉਹ ਆਪ ਹਾਜ਼ਰ ਹੋਣ। ਰਾਜਾ ਪਟਿਆਲਾ ਅਬਦਾਲੀ ਨੂੰ ਨੂਰ ਮਹਿਲ ਆ ਮਿਲਿਆ। ਅਬਦਾਲੀ ਸਤਲੁਜ ਟੱਪ ਕੇ ਮਾਛੀਵਾੜੇ ਆ ਬੈਠਾ। ਇੱਥੇ ਸਿੱਖਾਂ ਨੇ ਚੁਫੇਰਿਓਂ ਉਸ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਇੱਕ ਦਿਨ
ਨਾਸਰ ਖਾਂ ਬਲੋਚ ਸਿੱਖਾਂ ਦੇ ਟਾਕਰੇ ਵਾਸਤੇ ਉਹਨਾਂ ਮਗਰ ਵਧਿਆ, ਪਰ ਬੁਰੀ ਤਰ੍ਹਾਂ ਹਾਰ ਖਾ ਕੇ ਮੁੜਿਆ। ਅਬਦਾਲੀ ਇਸਮਾਈਲਾਬਾਦ ਜਾ ਪੁੱਜਾ। ਇੱਥੇ 9 ਮਾਰਚ ਨੂੰ ਨਜੀਬੂ ਦੌਲਾ ਉਸਦੇ ਪੇਸ਼ ਹੋਇਆ ਤੇ 2 ਲੱਖ ਨਜ਼ਰਾਨਾ ਤਾਰਿਆ। ਅਬਦਾਲੀ 18 ਮਾਰਚ ਨੂੰ ਅੰਬਾਲੇ ਪੁੱਜਾ ਤੇ 2 ਦਿਨ ਪਿੱਛੋਂ ਸਰਹੰਦ ਆ ਬੈਠਾ। ਇੱਥੇ ਰਾਜਾ ਅਮਰ ਸਿੰਘ ਪਟਿਆਲੇ ਨੇ 3 ਲੱਖ ਖਰਾਜ ਤਾਰਿਆ। ਅਬਦਾਲੀ ਨੇ ਉਸ ਨੂੰ ਸਰਹੰਦ ਦੀ ਸੂਬੇਦਾਰੀ ਤੇ ਮਹਾਰਾਜਾ ਰਾਜਗਾਨ ਦਾ ਖਿਤਾਬ ਦਿੱਤਾ। ਰਾਜਾ ਅਮਰ ਸਿੰਘ ਨੇ 2 ਲੱਖ ਹੋਰ ਦੇ ਕੇ 30,000 ਢੱਕਾਂ ਛੁਡਾ ਲਈਆਂ ਤੇ ਸਭ ਨੂੰ ਖਰਚ ਦੇ ਕੇ ਘਰੋਂ ਘਰੀ ਭੇਜ ਦਿੱਤਾ। ਇਸ ਨੇਕੀ ਬਦਲੇ ਲੋਕ ਉਸ ਨੂੰ ਬੰਦੀ ਛੋੜ ਕਹਿਣ ਲੱਗ ਪਏ। ਉੱਥੋਂ ਚੱਲ ਕੇ ਅਬਦਾਲੀ ਮਾਛੀਵਾੜੇ ਆ ਬੈਠਾ ਤੇ 1.5 ਮਹੀਨਾ ਰਿਹਾ। ਇਸੇ ਸਮੇਂ ਸਿੱਖਾਂ ਦੇ ਇੱਕ ਦਲ ਨੇ ਜਮਨਾ ਤੋਂ ਪਾਰ ਟੱਪ ਕੇ ਨਜੀਬੂ ਦੌਲਾ ਦਾ ਇਲਾਕਾ ਜਾ ਲੁੱਟਿਆ। ਅੰਬੇਟਾ, ਨਨੌਤਾ ਤੇ ਮੇਰਠ ਆਦਿ ਸ਼ਹਿਰ ਲੁੱਟੇ ਗਏ। ਜਹਾਨ ਖਾਂ ਦੁਰਾਨੀ ਨੂੰ ਨਾਲ ਲੈ ਕੇ ਨਜੀਬੂ ਦੌਲਾ ਸਿੱਖਾਂ ਦੇ ਟਾਕਰੇ ਤੇ ਗਿਆ। ਸ਼ਾਮਲੀ ਤੇ ਕਿਰਾਨਾ ਦੇ ਵਿਚਕਾਰ ਲੜਾਈ ਹੋਈ। ਸਰਦਾਰ ਬਘੇਲ ਸਿੰਘ ਜ਼ਖਮੀ ਹੋ ਗਿਆ ਤਾਂ ਸਿੱਖ ਫੌਜਾਂ ਮੈਦਾਨ ਚੋਂ ਖਿਸਕ ਗਈਆਂ। ਮਾਛੀਵਾੜੇ ਤੋਂ ਉੱਠ ਕੇ ਅਬਦਾਲੀ ਲਾਹੌਰ ਰਾਹੀਂ ਕਾਬਲ ਨੂੰ ਤੁਰ ਪਿਆ। ਉਹ ਲਾਹੌਰ ਦੇ ਨੇੜੇ ਪੁੱਜਾ ਤਾਂ ਸਿੰਘਾਂ ਨੇ ਉਸ ਉੱਤੇ ਹਮਲਾ ਆ ਕੀਤਾ। ਅਬਦਾਲੀ ਲਾਹੌਰ ਵਿੱਚ ਜਾ ਲੁਕਿਆ। ਇੱਥੋਂ ਤੁਰ ਕੇ ਉਹ ਸਿਆਲਕੋਟ ਜਾ ਬੈਠਾ। ਉਹਨੇ ਇਲਾਕਾ ਲੁੱਟ ਲਿਆ ਤੇ 20,000 ਢੱਕਾ ਬੰਨ੍ਹ ਕੇ ਲੈ ਤੁਰਿਆ। ਸਰਦਾਰ ਜੱਸਾ ਸਿੰਘ, ਸਰਦਾਰ ਬਘੇਲ ਸਿੰਘ, ਸਰਦਾਰ ਚੜ੍ਹਤ ਸਿੰਘ ਆਦਿ ਨੇ ਜਿਹਲਮ ਕੰਢੇ ਅਬਦਾਲੀ ਉੱਤੇ ਹਮਲਾ ਕਰਕੇ ਢੱਕਾਂ ਲੁੱਟ ਲਈਆਂ ਤੇ ਬਹੁਤ ਸਾਰਾ ਸਮਾਨ ਲੁੱਟ ਲਿਆ। ਇੱਥੇ ਬੜਾ ਨੁਕਸਾਨ ਉਠਾ ਕੇ ਅਬਦਾਲੀ ਘਰ ਨੂੰ ਗਿਆ। ਉਹ ਜੇਲ੍ਹੋਂ ਪਾਰ ਹੋਇਆ ਤਾਂ ਸਿੱਖਾਂ ਨੇ ਪਰਤ ਕੇ ਆਪੋ ਆਪਣੇ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ। ਸਰਦਾਰ ਲਹਿਣਾ ਸਿੰਘ, ਗੁੱਜਰ ਸਿੰਘ ਤੇ ਸ਼ੋਭਾ ਸਿੰਘ ਫੌਜ ਲੈ ਕੇ ਸ਼ਾਲਾਮਾਰ ਬਾਗ ਵਿੱਚ ਜਾ ਬੈਠੇ। ਉਹਨਾਂ ਅਬਦਾਲੀ ਦੇ ਬਣਾਏ ਸੂਬੇਦਾਰ ਦਾਦਨ ਖਾਂ ਨੂੰ ਸੁਨੇਹਾ ਭੇਜਿਆ ਕਿ ਜਾਂ ਲਾਹੌਰ ਖਾਲੀ ਕਰੋ ਜਾਂ ਲੜਾਈ ਵਾਸਤੇ ਤਿਆਰ ਹੋ ਜਾਓ। ਦਾਦਨ ਖਾਂ ਵਿੱਚ ਸਿੰਘਾਂ ਦੇ ਟਾਕਰੇ ਦੀ ਹਿੰਮਤ ਕਿੱਥੇ ਸੀ। ਉਹ ਸ਼ਹਿਰ ਦੇ ਪਤਵੰਤਿਆਂ ਮੀਆਂ ਮੁਹੰਮਦ ਆਸ਼ਕ, ਮੀਰ ਨੱਥੂ ਸ਼ਾਹ, ਹਾਫਜ਼ ਕਾਦਰ ਬਖਸ਼, ਲਾਲਾ ਮਹਾਰਾਜ ਸਿੰਘ ਨੂੰ ਨਾਲ ਲੈ ਕੇ ਸਿੱਖ ਸਰਦਾਰਾਂ ਦੇ ਪੇਸ਼ ਹੋਇਆ। ਉਹਨਾਂ ਦਾਦਨ ਖਾਂ ਦੀ ਬੜੀ ਇੱਜ਼ਤ ਕੀਤੀ। ਉਸ ਦਾ 20 ਰੁਪਏ ਰੋਜ਼ ਪੱਤਾ ਲਾ ਦਿੱਤਾ। ਇਸ ਤਰ੍ਹਾਂ ਅਮਨ ਨਾਲ ਹੀ ਸਿੱਖਾਂ ਦਾ ਫੇਰ ਲਾਹੌਰ ਉੱਤੇ ਕਬਜ਼ਾ ਹੋ ਗਿਆ। ਪਹਿਲੇ ਕਬਜ਼ੇ ਬਹਾਲ ਕਰਕੇ ਸਿੱਖ ਸਰਦਾਰ ਨਵੇਂ ਇਲਾਕੇ ਮੱਲਣ ਲੱਗੇ। ਸਰਦਾਰ ਗੁੱਜਰ ਸਿੰਘ ਨੇ ਰਾਵਲਪਿੰਡੀ ਤੇ ਉਦਾਲੇ ਦਾ ਗੱਖੜਾਂ ਦਾ ਇਲਾਕਾ ਮੱਲ ਕੇ ਆਪਣੇ ਵੱਲੋਂ ਉੱਥੋਂ ਦਾ ਹਾਕਮ ਸਰਦਾਰ ਮਿਲਖਾ ਸਿੰਘ ਬਹਿਪੁਰੀਏ ਨੂੰ ਥਾਪਿਆ, ਜਿਸ ਨੇ ਆਪਣੀ ਰਾਜਧਾਨੀ ਰਾਵਲਪਿੰਡੀ ਬਣਾ ਲਈ। 1767 ਦੇ ਅਖੀਰ ਵਿੱਚ ਉਸ ਦੇ ਕਬਜ਼ੇ ਵਿੱਚ 3 ਲੱਖ ਸਲਾਨਾ ਦਾ ਇਲਾਕਾ ਹੋ ਗਿਆ। ਇਸ ਸਮੇਂ ਸਰਦਾਰ ਬੁੱਧ ਸਿੰਘ ਸਿੰਘਪੁਰੀਏ ਨੇ ਸ਼ੇਖ ਨਿਜ਼ਾਮੂਦੀਨ ਨੂੰ ਸ਼ਿਕਸਤ ਦੇ ਕੇ ਜਲੰਧਰ ਮੱਲ ਲਿਆ। ਨਾਲ ਹੀ ਉਸਨੇ ਬੁਲੰਦਗੜ੍ਹ, ਬਹਿਰਾਮਪੁਰ, ਨੂਰਪੁਰ ਤੇ ਹੈਬਤਪੁਰ ਪੱਟੀ ਉੱਤੇ ਕਬਜ਼ਾ ਕਰ ਲਿਆ। ਇਹ ਸਾਰਾ 3 ਲੱਖ ਦਾ ਇਲਾਕਾ ਸੀ। ਸਰਦਾਰ ਗੁਰਬਖਸ਼ ਸਿੰਘ ਭਾਈਕੇ ਦੇ ਪੁੱਤਰ ਦੇਸੂ ਸਿੰਘ ਨੇ ਭੀਖ ਬਖਸ਼ ਤੇ ਨਿਆਮਤ ਖਾਂ ਤੋਂ ਕੈਥਲ ਖੋਹ ਲਿਆ। ਨਿਆਮਤ ਖਾਂ ਨੇ ਸਰਦਾਰ ਦੇਸੂ ਸਿੰਘ ਦੀ ਈਨ ਮੰਨ ਕੇ ਕਈ ਪਿੰਡ ਜਾਗੀਰ ਵਜੋਂ ਲੈ ਲਏ, ਪਰ ਭੀਖ ਬਖਸ਼ ਡਰਦਾ ਨੱਸ ਗਿਆ। 1767 ਈਸਵੀ ਦੇ ਅਖੀਰ ਵਿੱਚ ਸਿੱਖ ਫੇਰ ਨਜੀਬੂ ਦੌਲਾ ਦਾ ਇਲਾਕਾ ਲੁੱਟਣ ਵਾਸਤੇ ਚੜ੍ਹ ਪਏ। 19 ਦਸੰਬਰ ਨੂੰ ਖਾਲਸਾ ਫੌਜਾਂ ਦਿੱਲੀ ਕੋਲ ਆ ਪੁੱਜੀਆਂ। ਨਜੀਬੂ ਦੌਲਾ ਨੇ ਆਪਣੇ ਮਾਤਹਿਤ ਯਾਕੂਬ ਅਲੀ ਨੂੰ ਹੁਕਮ ਭੇਜਿਆ ਕਿ ਤਕੜੇ ਹੋ ਕੇ ਦਿੱਲੀ ਦੀ ਰਾਖੀ ਕਰੋ। ਸਿੱਖ ਦਿੱਲੀ ਦਾ ਪਾਸਾ ਛੱਡ ਕੇ ਜਮਨਾ ਤੋਂ ਪਾਰ ਲੰਘ ਕੇ ਨਨੌਤੇ ਜਾ ਪਏ। ਨਜੀਬੂ ਦੌਲਾ ਵੀ ਫੌਜ ਲੈ ਕੇ ਜਾ ਪਿਆ। ਬੜੀ ਸਖਤ ਲੜਾਈ ਪਿੱਛੋਂ ਸਿੱਖ ਸਹਾਰਨਪੁਰ ਨੂੰ ਹਟ ਗਏ।
इस्लाम नगर कोल फिर लड़ाई हुई। सिख राजघाट तो जमुना टप के अपने इलाके विच आ गए। मार्च 1768 ईस्वी विच सिख फिर नजीबुद्दौला दे इलाके लुटण जा पे। नजीबुद्दौला पिंड आवले विच अपने पुत्र काले खां दे विआह विच रुझा होया सी। सिखां ने पानीपत ते करनाल लुट लिया। खबर सुन के नजीबुद्दौला फौज लैके सिखां दे टाकरे ते आया। लगातार कई दिन लड़ाइयां होईयां, जिन्हां विच नजीबुद्दौला बुरी तरह हार गया। उस नूं पिड़ों कढ के सिख दिल्ली उत्ते जा धमके। दिल्ली दी राखी करन वाला उस वेले कोई भी नहीं सी। बादशाह शाह आलम सानी आप दिल्ली तो बाहर सी। हकूमत दा सारा काम राजमाता ते नजीबुद्दौला करदे सन। मगरला सिखां तो पूरी तरह हार चुका सी। उस विच फिर टाकरा करन दी शक्ति नहीं सी रही। उसने दिल्ली विचों अपना मुख्तियार सुल्तान खां सने फौज बुला लिया ते राजमाता कोल अपना अस्तीफा भेज दिता कि मैं सिखां दे टाकरे उत्ते दिल्ली दी राखी करन तो असमर्थ हां। दसंबर 1768 ईस्वी विच नजीबुद्दौला एक लड़ाई विच सिखां नाल फिर लड़िया ते हार गया। इस तो पिछों दरिया जमुना तो पार सिखां दे हमले आम हो गए। तंग आके जमुना गंगा दे विचले इलाके दे हाकमां ते चौधरीआं ने सिखां दी ईन मन लई ते कर राखी देना प्रवान कर लिया। हर छिमाही 2 ਤੋਂ 5 रुपए जी प्रति लिया जांदा। सिख सरदारां ने वो सारा इलाका आपस विच वंड लिया, जिस नूं पत्तीदारी आखदे सन। फसल दे समय थोड़े ਜਿਹੇ सिख सिपाही ਜਾਂਦੇ ਤੇ ਆਪੋ ਆਪਣੇ ਇਲਾਕੇ ਵਿੱਚੋਂ ਉਗਰਾਹੀ ਕਰ ਲਿਆਉਂਦੇ। 1768 ਈਸਵੀ ਦੇ ਅਖੀਰ ਤੱਕ ਸਾਰੇ ਪੰਜਾਬ ਉੱਤੇ ਸਿੱਖ ਰਾਜ ਕਾਇਮ ਹੋ ਚੁੱਕਾ ਸੀ। ਉਸ ਦੀ ਹੱਦ ਚੜ੍ਹਦੇ ਪਾਸੇ ਦਰਿਆ ਜਮਨਾ ਪਹਾੜਾਂ ਤੋਂ ਲੈ ਕੇ ਕਰਨਾਲ ਤੱਕ, ਲਹਿੰਦੇ ਪਾਸੇ ਦਰਿਆ ਸਿੰਧ ਸ਼ਹਿਰ ਅਟਕ ਤੋਂ ਭੱਖਰ ਤੱਕ, ਦੱਖਣ ਵੱਲ ਮੁਲਤਾਨ ਤੋਂ ਹਿੰਦੂ ਰਿਆਸਤਾਂ ਤੋਂ ਅੰਦਰ ਤੇ ਪਹਾੜ ਦੀ ਬਾਹੀ ਭਿੰਬਰ ਜੰਮੂ ਤੇ ਕਾਂਗੜੇ ਤੱਕ ਸੀ। ਕਿਤੇ ਕਿਤੇ ਕੁਝ ਇਲਾਕੇ ਮੁਸਲਮਾਨ ਚੌਧਰੀਆਂ ਦੇ ਕਬਜ਼ੇ ਵਿੱਚ ਸਨ। ਸਿੱਖਾਂ ਨੂੰ ਇਸ ਸਮੇਂ ਤਿੰਨਾਂ ਤਾਕਤਾਂ ਨਾਲ ਘੋਲ ਕਰਨਾ ਪਿਆ। ਉਹਨਾਂ ਤਿੰਨਾਂ ਵਿੱਚੋਂ ਲਾਹੌਰ ਸਰਕਾਰ ਅਸਲੋਂ ਮੁੱਕ ਚੁੱਕੀ ਸੀ। ਦਿੱਲੀ ਸਰਕਾਰ ਵੀ ਮੈਦਾਨ ਵਿੱਚੋਂ ਨਿਕਲ ਗਈ ਸੀ ਤੇ ਅਹਿਮਦ ਸ਼ਾਹ ਅਬਦਾਲੀ ਨੇ ਹਾਰ ਕੇ ਵੀ ਅਜੇ ਹਾਰ ਮੰਨੀ ਨਹੀਂ ਸੀ। ਭਾਵ ਤਿੰਨਾਂ ਵਿਰੋਧੀ ਪਹਿਲਵਾਨਾਂ ਵਿੱਚੋਂ 2 ਦੀ ਕੰਡ ਲੱਗ ਚੁੱਕੀ ਸੀ ਤੇ ਤੀਜੇ ਦੀ ਲੱਗਣ ਵਾਲੀ ਸੀ। ਦਸੰਬਰ 1768 ਈਸਵੀ ਵਿੱਚ ਅਬਦਾਲੀ ਫੇਰ ਫੌਜ ਲੈ ਕੇ ਚੜ੍ਹ ਆਇਆ। ਸਿੱਖ ਉਸ ਦਾ ਟਾਕਰਾ ਕਰਨ ਵਾਸਤੇ ਤਿਆਰ ਹੋ ਖੜੇ। ਅਬਦਾਲੀ ਬਿਨਾਂ ਟਾਕਰੇ ਹੀ ਝਨਾਂ ਤੋਂ ਵਾਪਸ ਮੁੜ ਗਿਆ। ਉਸ ਨੇ ਅੱਗੇ ਵੱਧ ਕੇ ਸਿੱਖਾਂ ਨਾਲ ਟੱਕਰ ਲੈਣ ਦਾ ਹੌਸਲਾ ਨਾ ਕੀਤਾ। ਅਗਲੇ ਸਾਲ 1769 ਈਸਵੀ ਅਹਿਮਦ ਸ਼ਾਹ ਅਬਦਾਲੀ ਆਖਰੀ ਵਾਰ ਅਟਕ ਤੋਂ ਇਸ ਪਾਰ ਟੱਪਿਆ। ਇਸ ਵਾਰ ਜੇਹਲਮ ਤੋਂ ਲਹਿੰਦੇ ਪਾਸੇ ਕਿਲਾ ਰੋਹਤਾਸ ਵਿੱਚ ਸਿੱਖ ਅਬਦਾਲੀ ਦਾ ਟਾਕਰਾ ਕਰਨ ਵਾਸਤੇ ਤਿਆਰ ਹੋ ਖੜੇ। ਜਿਸ ਅਬਦਾਲੀ ਤੋਂ ਸਾਰਾ ਹਿੰਦੁਸਤਾਨ ਕੰਬਦਾ ਸੀ, ਉਹ ਸਿੱਖਾਂ ਨਾਲ ਲੜਨ ਦੀ ਦਲੇਰੀ ਨਾ ਕਰ ਸਕਿਆ। ਜੇਲਮੋਂ ਪਾਰ ਹੀ ਕੁਛ ਦਿਨ ਰਹਿ ਕੇ ਉਹ ਬੁੱਢਾ ਜਰਨੈਲ ਵਾਪਸ ਕਾਬਲ ਨੂੰ ਮੁੜ ਗਿਆ। ਇਸ ਤਰ੍ਹਾਂ ਤੀਜੇ ਪਹਿਲਵਾਨ ਨੂੰ ਵੀ ਸਾਫ਼ ਕੰਡ ਲਾ ਕੇ ਸਿੱਖਾਂ ਨੇ ਪੰਜਾਬ ਵਿੱਚੋਂ ਕੱਢ ਦਿੱਤਾ। ਅਹਿਮਦ ਸ਼ਾਹ ਅਬਦਾਲੀ ਦੇ ਨਾਲ ਉਸ ਦਾ ਲਾਇਕ ਜਰਨੈਲ ਜਹਾਨ ਖਾਂ ਹੋਇਆ ਕਰਦਾ ਸੀ। ਸਿੱਖਾਂ ਤੋਂ ਹਾਰ ਕੇ ਉਹ ਦੋਵੇਂ ਜੀਵਨਬਾਜ਼ੀ ਹੀ ਹਾਰ ਬੈਠੇ। 14 ਮਾਰਚ 1770 ਨੂੰ ਜਹਾਨ ਖਾਂ ਮਰ ਗਿਆ ਤੇ 14 ਅਪ੍ਰੈਲ 1772 ਈਸਵੀ ਨੂੰ ਅਹਿਮਦ ਸ਼ਾਹ ਅਬਦਾਲੀ ਇਸ ਦੁਨੀਆ ਤੋਂ ਚਲਾਣਾ ਕਰ ਗਿਆ। ਉਸ ਦੀ ਮੌਤ ਪਿੰਡ ਮੁਰਗਾ ਸੁਲੇਮਾਨ ਪਹਾੜਾਂ ਵਿੱਚ ਹੋਈ ਤੇ ਉਹ ਸ਼ਹਿਰ ਕੰਧਾਰ ਵਿੱਚ ਦਫਨਾਇਆ ਗਿਆ। ਉਸ ਦੇ ਅੰਤਮ ਨਿਸ਼ਾਨ ਉੱਤੇ 90,000 ਰੁਪਏ ਖਰਚ ਕੇ ਬੜਾ ਸੁੰਦਰ ਮਕਬਰਾ ਬਣਾਇਆ ਗਿਆ। ਖਾਲਸੇ ਦੀ ਫੌਜੀ ਤਾਕਤ ਬਾਰੇ
ਵੱਖੋ ਵੱਖ ਇਤਿਹਾਸਕਾਰਾਂ ਦੀ ਰਾਏ ਅੱਡ-ਅੱਡ ਹੈ। ਜਾਰਜ ਥਾਮਸ ਲਿਖਦਾ ਹੈ, ਸਿੱਖਾਂ ਦੀ ਲੜਾਕੀ ਫੌਜ ਦੀ ਗਿਣਤੀ 60,000 ਅਸਵਾਰ ਤੇ 5,000 ਪੈਦਲ ਸੀ। ਬਰਾਊਨ ਲਿਖਦਾ ਹੈ 73,000 ਅਸਵਾਰ ਤੇ 25,000 ਪੈਦਲ ਸੀ। ਤੈਮੂਰ ਸ਼ਾਹ ਵਾਲੀਏ ਕਾਬਲ ਕੇਵਲ 50,000 ਹੀ ਸਮਝਦਾ ਸੀ। ਫੋਰਸਟਰ 1783 ਈਸਵੀ ਵਿੱਚ ਲਿਖਦਾ ਹੈ ਕਿ ਖਾਲਸਾ ਫੌਜ ਸਾਰੀ 3 ਲੱਖ ਸੀ, ਜਿਸ ਵਿੱਚੋਂ 2 ਲੱਖ ਮੈਦਾਨ ਵਿੱਚ ਜਾ ਸਕਦੀ ਸੀ। ਸਾਰਿਆਂ ਵਿੱਚੋਂ ਬਰਾਊਨ ਦੀ ਲਿਖਤ ਠੀਕ ਜਾਪਦੀ ਹੈ। ਸਿੱਖ ਮਿਸਲਾਂ ਦੀ ਉਸ ਫੌਜ ਦੀ ਗਿਣਤੀ ਜੋ ਕੇਵਲ ਫੌਜੀ ਕੰਮ ਵਾਸਤੇ ਹੀ ਨੀਅਤ ਸੀ 1 ਲੱਖ ਤੋਂ ਵੱਧ ਨਹੀਂ ਸੀ। ਜਿੱਥੋਂ ਤੱਕ ਇਸ ਕੌਮ ਦੇ ਸੁਭਾਅ ਦਾ ਸੰਬੰਧ ਹੈ, ਹਰ ਇੱਕ ਪੱਗ ਬੰਨ੍ਹ ਸਿੱਖ ਸ਼ਸਤਰਧਾਰੀ ਹੁੰਦਾ ਸੀ ਤੇ ਲੋੜ ਵੇਲੇ ਚੰਗੇ ਸਿਪਾਹੀ ਵਾਂਗ ਲੜ ਸਕਦਾ ਸੀ। ਅਜਿਹੀ ਫੌਜੀ ਜਥੇਬੰਦੀ ਨੇ ਪੰਜਾਬ ਵਿੱਚ ਆਪਣਾ ਰਾਜ ਕਾਇਮ ਕਰ ਲਿਆ ਸੀ। ਇਹ ਹੈ ਇੱਕ ਬੀਰਤਾ ਦੀ ਲੰਮੀ ਅਮਰ ਕਹਾਣੀ, ਜਿਸ ਤਰ੍ਹਾਂ ਸਿੱਖ ਰਾਜ ਬਣਿਆ। ਸਰੋਤਿਓ, ਇਹ ਕਿਤਾਬ ਇੱਥੇ ਸਮਾਪਤ ਹੁੰਦੀ ਹੈ। ਸਿੱਖ ਰਾਜ ਕਿਵੇਂ ਬਣਿਆ, ਗਿਆਨੀ ਸੋਹਣ ਸਿੰਘ ਸੀਤਲ ਜੀ ਦੀ ਕਲਮ ਤੋਂ। ਆਸ ਕਰਦੇ ਹਾਂ ਕਿ ਤੁਸੀਂ ਇਸ ਕਿਤਾਬ ਦੇ ਵਿੱਚੋਂ ਕਾਫੀ ਕੁਛ ਨਵਾਂ ਸਿੱਖਿਆ ਹੋਏਗਾ। ਇਸ ਕਿਤਾਬ ਦੀਆਂ ਬਾਕੀ ਦੀਆਂ ਜਿਹੜੀਆਂ ਪਿਛਲੀਆਂ ਰਿਕਾਰਡਿੰਗਸ ਨੇ, ਉਹ ਤੁਸੀਂ ਸਾਡੇ YouTube ਚੈਨਲ ਰੇਡੀਓ ਵਾਇਸ ਆਫ ਖਾਲਸਾ ਤੋਂ ਸੁਣ ਸਕਦੇ ਹੋ। ਸੋ ਸਰੋਤਿਓ, ਹੁਣ ਅਗਲੇ ਦਿਨਾਂ ਦੇ ਵਿੱਚ ਅਸੀਂ ਕੋਈ ਹੋਰ ਕਿਤਾਬ ਤੁਹਾਡੇ ਰੂਬਰੂ ਕਰਾਂਗੇ। ਤੁਸੀਂ ਆਪਣੇ ਵਿਊ, ਆਪਣੇ ਸੁਝਾਅ ਤੇ ਆਪਣੇ ਸਵਾਲ ਜਿਹੜੇ ਨੇ ਸਾਨੂੰ ਰੇਡੀਓ ਵਾਇਸ ਆਫ ਖਾਲਸਾ ਦੇ ਫੇਸਬੁੱਕ ਪੇਜ ਤੇ ਕਰ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਵਾਇਸ ਆਫ ਖਾਲਸਾ। ਸੋ ਸਰੋਤਿਓ, ਤੁਸੀਂ ਸੁਣਦੇ ਰਹੋ ਰੇਡੀਓ ਵਾਇਸ ਆਫ ਖਾਲਸਾ। ਮੈਨੂੰ ਜਾਨੀ ਜਰਨੈਲ ਸਿੰਘ ਚੱਕਰ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।